ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ। ਮੈਂ ਜੋਗਰਾਜ ਸਿੰਘ ਕਾਲੋਂ। ਅੱਜ ਦੇ ਪ੍ਰੋਗਰਾਮ ਪ੍ਰਾਈਮ ਕੈਨੇਡਾ ਵਿੱਚ ਤੁਹਾਡੇ ਲਈ ਸਭ ਤੋਂ ਪਹਿਲੀ ਗੱਲ ਅਸੀਂ ਕਰਨੀ ਜੋ ਕੈਨੇਡਾ ਦੇ ਵਿੱਚ ਬੀਤੇ ਕੱਲ ਮਿੰਨੀ ਬਜਟ ਪੇਸ਼ ਕੀਤਾ ਗਿਆ। ਹੁਣ ਉਸ ਮਿੰਨੀ ਬਜਟ ਦੇ ਵਿੱਚ ਕੀ ਕੁਛ ਆ, ਕੀ ਘਰਾਂ ਦੀਆਂ ਵਧੀਆਂ ਕੀਮਤਾਂ, ਵੱਧ ਰਹੇ ਇੰਟਰਸਟ ਰੇਟ, ਉਹਦੇ ਨਾਲ ਦੇ ਨਾਲ ਓਪੋਜੀਸ਼ਨ ਦਾ ਰਿਐਕਸ਼ਨ, ਫਾਈਨੈਂਸ਼ੀਅਲ ਸਿਚੁਏਸ਼ਨ ਕੈਨੇਡਾ ਦੀ, ਇਹ ਸਾਰੇ ਮਸਲਿਆਂ ਦੇ ਉੱਤੇ ਕਿਵੇਂ ਦੀ ਵਿਚਾਰ ਚਰਚਾ ਹੋਈ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਫਲਾਈਟ ਦੀ ਕੈਂਸਲੇਸ਼ਨ ਦੇ ਉੱਤੇ ਕੰਪਨਸੇਸ਼ਨ ਮਿਲਦਾ ਸੀ, ਮੁਆਵਜ਼ਾ ਦਿੱਤਾ ਜਾਂਦਾ ਸੀ ਯਾਤਰੂਆਂ ਨੂੰ, ਉਹਦੇ ਨੂੰ ਲੈ ਕੇ ਕੁਝ ਏਅਰਲਾਈਨਸ ਚਿੰਤਤ ਨੇ ਤੇ ਉਹਨਾਂ ਨੇ ਸਟੈਪ ਅਗਲਾ ਕੀ ਚੁੱਕਿਆ। ਤੇ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਉਹਨਾਂ ਦੀ ਸਿਕਿਉਰਿਟੀ ਦਾ ਮਸਲਾ ਵੀ ਭਖਿਆ ਪਿਆ। ਉਹਨਾਂ ਦੀ ਨਿੱਜੀ ਸਿਕਿਉਰਿਟੀ ਦੇ ਵਿੱਚ ਕੁਛ ਨਾ ਕੁਛ ਜਿਹੜੀ ਆ ਉਹ ਊਚ ਨੀਚ ਹੋਈ ਆ, ਕਿਸੇ ਆਫਿਸਰ ਵੱਲੋਂ ਕੀਤੀ ਗਈ, ਉਹ ਕੌਣ ਨੇ, ਤੇ ਨਾਲ ਦੀ ਨਾਲ ਹੀ ਹੋਰ ਅਗਲੀ ਗੱਲਬਾਤ ਹੈ ਜਿਹੜੀ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਖਬਰਾਂ ਸ਼ਾਮਿਲ ਕਰਾਂਗੇ। ਨਾਲ ਪਹਿਲਾਂ ਗਰੇਵਾਲ ਸਾਹਿਬ ਨੂੰ ਜੋੜ ਲਈਏ। ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ। ਅੱਛਾ, ਸਭ ਤੋਂ ਪਹਿਲਾਂ ਆਪਾਂ ਮਿੰਨੀ ਬਜਟ ਵਾਲੇ ਪਾਸੋਂ ਹੀ ਸ਼ੁਰੂਆਤ ਕਰਦੇ ਹਾਂ, ਕਿਉਂਕਿ ਬਜਟ ਤੇ ਸਾਰਿਆਂ ਨੇ ਸੁਣਿਆ ਹੋਣਾ ਵੀ ਜਦੋਂ ਵਿੱਤੀ ਸਾਲ ਹੁੰਦਾ ਹੈ ਸਮਾਪਤ, ਉਦੋਂ ਦੇਸ਼ ਜਿਹੜਾ ਆ ਉੱਥੋਂ ਦੇ ਫਾਈਨੈਂਸ਼ੀਅਲ ਜਿਹੜੇ ਮਿਨਿਸਟਰ ਨੇ, ਫਾਈਨੈਂਸ ਮਿਨਿਸਟਰ, ਉਹ ਬਜਟ ਪੇਸ਼ ਕਰਦੇ ਨੇ। ਇਹ ਮਿੰਨੀ ਬਜਟ ਕੀ ਚੀਜ਼ ਆ ਜੀ? ਸ਼ਾਇਦ ਕਿਸੇ ਨੇ ਪਹਿਲੀ ਟਰਮ ਸੁਣੀ ਹੋਏ। ਦੇਖੋ, ਗਵਰਨਮੈਂਟ ਦੇ ਕਾਰਗੁਜ਼ਾਰੀ ਨੂੰ ਚਲਾਉਣ ਦੇ ਲਈ ਬਜਟ ਪੇਸ਼ ਕੀਤਾ ਜਾਂਦਾ, ਫਿਰ ਉਹ ਬਜਟ ਪਾਸ ਹੁੰਦਾ ਪਾਰਲੀਮੈਂਟ ਵੱਲੋਂ। ਉਹਦੇ ਅਧੀਨ ਗਵਰਨਮੈਂਟ ਖਰਚਾ ਕਰਦੀ ਹੈ, ਆਥੋਰਾਈਜੇਸ਼ਨ ਉਹਨਾਂ ਨੂੰ ਮਿਲਦੀ ਹੈ। ਤੇ ਆਮ ਤੌਰ 'ਤੇ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇੱਕ ਹੋਰ ਇਕਨੋਮਿਕ ਰਿਪੋਰਟ ਪੇਸ਼ ਕੀਤੀ ਜਾਂਦੀ ਹੈ, ਜਿਹੜੀ ਕੈਨੇਡਾ ਦੇ ਵਿੱਚ ਉਹਨੂੰ ਫਾਲ ਇਕਨੋਮਿਕ ਸਟੇਟਮੈਂਟ ਕਿਹਾ ਜਾਂਦਾ। ਪਤਝੜ ਵੇਲੇ ਇਕਨੋਮਿਕ ਸਟੇਟਮੈਂਟ ਆਲਮੋਸਟ ਸਾਲ ਦੇ ਅੱਧ 'ਚ, ਇਹਨੂੰ ਗਵਰਨਮੈਂਟ ਮਿਨੀ ਬਜਟ ਵੀ ਕਹਿ ਦਿੰਦੀ ਹੈ। ਅਤੇ ਵੈਸੇ ਜਿਹੜਾ ਐਤਕੀ ਦਾ ਮਿਨੀ ਬਜਟ ਹੈ, ਉਹਦੇ 'ਚ ਗਵਰਨਮੈਂਟ ਨੇ ਵਰਡਸ ਯੂਜ਼ ਕੀਤੇ ਨੇ, ਡਾਊਨ ਸਾਈਡ ਸਿਨੈਰੀਓ। ਅੱਛਾ। ਅਤੇ ਭਾਵ ਕਿ ਜਿਹੜਾ ਮਿਨੀ ਬਜਟ ਹੈ ਇਹ ਰਿਸੈਸ਼ਨ ਦੇ ਲਈ ਰੋਡ ਮੈਪ ਹੈ। ਓਕੇ। ਆਪਾਂ ਆਪਣੀਆਂ ਡਿਸਕਸ਼ਨਸ ਦੇ ਵਿੱਚ ਕਈ ਵਾਰੀ ਮੈਂਸ਼ਨ ਕਰਦੇ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਰਿਸੈਸ਼ਨ ਆ ਸਕਦਾ ਜਾਂ ਕੰਢੇ 'ਤੇ ਖੜ੍ਹਾ। ਅਤੇ ਇਹ ਗਵਰਨਮੈਂਟ ਦਾ ਜਿਹੜਾ ਮਿਨੀ ਬਜਟ ਹੈ, ਇਹਦੇ ਵਿੱਚ ਗਵਰਨਮੈਂਟ ਨੇ ਆਪਣੀ ਲੇਆਊਟ ਕੀਤੀ ਹੈ ਫਾਈਨੈਂਸ਼ੀਅਲ ਸਪੈਂਡਿੰਗ ਵਗੈਰਾ, ਰੈਵਨਿਊ ਵਗੈਰਾ ਦੀ ਸਥਿਤੀ ਨੂੰ। ਅਤੇ ਇਹਨੂੰ ਇਹ ਵੀ ਕਿਹਾ ਗਿਆ ਕਿ ਰੀਅਲ ਰੋਬਸਟ ਇੰਡਸਟਰੀਅਲ ਪਾਲਿਸੀ ਫਾਰ ਇਕਨੋਮਿਕ ਗਰੋਥ, ਕਿਉਂਕਿ ਰਿਸੈਸ਼ਨ ਦੀ ਤਿਆਰੀ ਕਰਨੀ ਹੈ। ਅਤੇ ਨਵੇਂ ਖਰਚੇ ਅਤੇ ਉਹਨਾਂ ਦੇ ਉੱਤੇ ਕਿਹੜੀਆਂ ਬੰਦਿਸ਼ਾਂ ਲੱਗਣੀਆਂ ਨੇ, ਖਰਚੇ ਕਿਸ ਤਰੀਕੇ ਨਾਲ ਰਿਸਟ੍ਰੇਨ ਕਰਨੇ ਨੇ। ਉਹਦੇ 'ਚ 3-4 ਚੀਜ਼ਾਂ ਪ੍ਰਮੁੱਖ ਨੇ। $30.6 ਬਿਲੀਅਨ 6 ਸਾਲਾਂ ਦੇ ਵਿੱਚ ਜਿਹੜਾ ਖਰਚਣਾ, ਉਹਦੀਆਂ ਕੁਛ ਚੀਜ਼ਾਂ ਉਹਨਾਂ ਨੇ ਰੈਫਰ ਕੀਤੀਆਂ ਨੇ। ਕੈਨੇਡਾ ਦੇ ਫਾਈਨਾਂਸ ਮਿਨਿਸਟਰ ਆਨਰੇਬਲ ਕ੍ਰਿਸਟੀਆ ਫਰੀਲੈਂਡ, ਜਿਹੜੇ ਕਿ ਕੈਨੇਡਾ ਦੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ, ਉਹਨਾਂ ਨੇ ਮਿਨੀ ਬਜਟ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ। ਇਹਦੇ ਤਹਿਤ ਜਿਹੜੀਆਂ ਮੁੱਖ ਚੀਜ਼ਾਂ ਇਹ ਨੇ ਕਿ ਕੈਨੇਡਾ ਵਰਕਰ ਬੈਨੀਫਿਟ $4 ਬਿਲੀਅਨ 6 ਸਾਲਾਂ ਦੇ ਲਈ ਐਲੋਕੇਟ ਕੀਤੇ ਨੇ। GST ਕ੍ਰੈਡਿਟ ਨੂੰ ਡਬਲ ਕਰ ਦੇਣਾ। ਸਟੂਡੈਂਟ ਦੇ ਲਈ ਇੰਟਰਸਟ ਫਰੀ ਲੋਨ ਜਾਂ ਉਹਨਾਂ ਦਾ ਜਿਹੜਾ ਇੰਟਰਸਟ ਆ ਉਹ ਮਾਫ ਕਰਨਾ। ਯੂਥ ਇੰਪਲੋਇਮੈਂਟ ਐਂਡ ਸਕਿੱਲਸ ਦੇ ਲਈ ਕੁਛ ਪੈਸੇ ਖਰਚਣੇ ਨੇ। ਫਿਰ ਇੱਕ ਨਵੀਂ ਲੈਜਿਸਲੇਸ਼ਨ ਟੇਬਲ ਕਰਨੀ ਹੈ ਜਿਹਦੇ ਤਹਿਤ ਟੈਕਸ ਫਰੀ ਹੋਮ ਸੇਵਿੰਗ ਵਗੈਰਾ ਲੋਕਾਂ ਨੂੰ ਉਹਦੀ ਪ੍ਰੋਵੀਜ਼ਨ ਦਿੱਤੀ ਜਾਊਗੀ ਕਿ ਜਿਵੇਂ RESP ਜਾਂ RRSP ਦੇ ਵਿੱਚ ਪੈਸੇ ਪਾਉਂਦੇ ਆ, ਇਸੇ ਤਰ੍ਹਾਂ ਹੀ ਹੋਮ ਸੇਵਿੰਗ ਦੇ ਅਕਾਊਂਟ ਦੇ ਵਿੱਚ ਪੈਸੇ ਪਾਏ ਜਾ ਸਕਣ। ਅਤੇ ਬਿਜ਼ਨਸਿਸ ਨੂੰ ਅਰਜ਼ ਕੀਤਾ ਕਿ ਜਿਹੜਾ ਉਹਨਾਂ ਦਾ ਪ੍ਰੋਫਿਟ ਆ ਉਹ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ ਵਰਤਣ। ਇੱਦਾਂ ਦੀਆਂ ਕੁਛ ਚੀਜ਼ਾਂ ਇਸ ਦੇ ਵਿੱਚ ਦੱਸੀਆਂ ਗਈਆਂ ਨੇ। ਅੱਛਾ, ਕੁੱਲ ਮਿਲਾ ਕੇ ਫਾਈਨੈਂਸ਼ੀਅਲ ਜਿਹੜੀ ਵਿੱਤੀ ਸਥਿਤੀ ਆ ਦੇਸ਼ ਦੀ, ਉਹ ਕੀ ਕਹਿੰਦੀ ਅੱਜ ਦੇ ਸਮੇਂ? ਕਿੰਨਾ ਕੁ ਉੱਤਾ ਥੱਲਾ ਹੋਇਆ ਕੰਮ? ਦੇਖੋ, ਕੈਨੇਡਾ ਦੇ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਕਾਫੀ ਕੰਪਲੀਕੇਟਡ ਹੋਈ ਹੈ। ਉਹਦਾ ਕਾਰਨ ਇਹ ਹੈ ਕਿ ਜਿੰਨਾ ਕੈਨੇਡਾ ਦੀਆਂ ਇਕੋਨਮੀ ਜਾਂ ਕੈਨੇਡਾ ਦੇਸ਼ ਦੇ ਤੌਰ 'ਤੇ ਸਹਾਰ ਸਕਦਾ, ਜਾਂ ਪੰਜਾਬੀ 'ਚ ਕਹਿ ਲਓ ਕਿ ਜਿੰਨਾ ਕੈਨੇਡਾ ਦੀਆਂ ਲੱਤਾਂ ਭਾਰ ਝੱਲਦੀਆਂ ਨੇ, ਉਸ ਤੋਂ ਵੱਧ ਵੱਡੀ ਪ੍ਰੋਬਲਮ ਹੈ। ਅੱਛਾ। ਅੱਜ ਪੁਰਾਣੇ ਇੱਕ ਡਿਪਟੀ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦੇ, ਉਹਨਾਂ ਨੇ ਅਤੇ ਪਲੱਸ ਕੰਸਰਵੇਟਿਵ ਪਾਰਟੀ ਤੋਂ ਲੀਜ਼ਾ ਰੇਟ ਹੈ, ਐਨ ਮੈਕਲੈਲਨ ਅਤੇ ਲੀਜ਼ਾ ਰੇਟ, ਉਹਨਾਂ ਨੇ ਵੀ ਇੱਕ ਆਰਟੀਕਲ ਲਿਖਿਆ। ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਕੈਨੇਡਾ ਦੇ ਵਿੱਚ ਜਿੱਥੇ ਲੇਬਰ ਸ਼ਾਰਟੇਜ ਆ, ਹਾਊਸਿੰਗ ਦੀ ਸ਼ਾਰਟੇਜ ਹੈ, ਸਪਲਾਈ ਚੇਨ ਦੀ ਡਿਸਰਪਸ਼ਨ ਹੈ, ਯੂਕਰੇਨ ਦੀ ਵਾਰ ਹੈ, ਉਹਦੇ 'ਤੇ ਉਹਦਾ ਜੋ ਅਸਰ ਪੈ ਰਿਹਾ, ਹੈਲਥ ਕੇਅਰ ਦਾ ਕ੍ਰਾਈਸਿਸ ਹੈ, ਕਲਾਈਮੇਟ ਚੇਂਜ ਦਾ। ਅਤੇ ਕੈਨੇਡਾ ਨੇ ਜਿੰਨਾ ਆਪਣਾ ਭਾਰ ਚੱਕਣਾ ਇਕਨੋਮਿਕ ਗਰੋਥ ਲਈ, ਉਹਦੇ ਨਾਲੋਂ ਵੱਡੀ ਪ੍ਰੋਬਲਮ ਸਹੇੜੀ ਬੈਠਾ। ਅੱਛਾ। ਕੈਨੇਡਾ ਦੇ ਵਿੱਚ ਹੁਣ ਆਪਾਂ ਜਦੋਂ ਦੇਖਦੇ ਹਾਂ ਤਾਂ ਇਸ ਵੇਲੇ ਭਾਵੇਂ ਦੁਨੀਆ 'ਚ ਵੀ ਇਹੀ ਹਾਲਤ ਹੈ
ਚੀਜ਼ਾਂ ਦੀਆਂ ਕੀਮਤਾਂ ਗਰੋਸਰੀ ਵਗੈਰਾ ਦੀਆਂ ਕੀਮਤਾਂ ਵਧੀਆ ਜਾਂਦੀਆਂ ਨੇ। ਇਨਫਲੇਸ਼ਨ 6.9% ਹੈ, ਇੰਟਰਸਟ ਰੇਟ ਵਧੇ ਨੇ, ਅਨਐਮਪਲੋਇਮੈਂਟ ਰੇਟ 5.2% ਹੈ, ਜਿਹੜਾ ਕਿ ਵੱਧ ਕੇ 6.3% ਤੱਕ ਹੋਣ ਦੇ ਆਸਾਰ ਨੇ। ਅੱਛਾ। ਇੰਪਲੋਇਮੈਂਟ ਇੰਸ਼ੋਰੈਂਸ ਦਾ ਪ੍ਰੀਮੀਅਮ ਉਹ ਵੀ ਵੱਧ ਰਿਹਾ ਹੈ ਅੱਛਾ ਜਾਂ ਵਧੂਗਾ। ਡੈਫੀਸਿਟ $49 ਬਿਲੀਅਨ ਦਾ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ ਡੈਫੀਸਿਟ ਹੈ 36.4 ਬਿਲੀਅਨ ਹੈ, ਜਦ ਕਿ 2022-23 ਦੇ ਵਿੱਚ ਜਦੋਂ ਬਜਟ ਪੇਸ਼ ਕੀਤਾ ਗਿਆ 2022-23 ਦਾ, ਉਦੋਂ $52.8 ਬਿਲੀਅਨ ਸੀ। ਸੋ ਥੋੜ੍ਹਾ ਜਿਹਾ ਘਟਿਆ ਤੇ ਪਰ ਕੁਝ ਚੀਜ਼ਾਂ ਘਟ ਵੀ ਰਹੀਆਂ ਨੇ। ਲੋਕਾਂ ਦੀਆਂ ਜਿਹੜੀਆਂ ਵੇਜਸ ਨੇ ਉਹ ਸਟੇਬਲ ਨੇ, ਉਹ ਨਹੀਂ ਉਨੀਆਂ ਵਧੀਆਂ ਜਿੰਨੀਆਂ ਇਨਫਲੇਸ਼ਨ ਵਧੀ ਹੈ। ਇਹਦਾ ਮਤਲਬ ਜਿਹੜੀ ਬਾਇੰਗ ਪਾਵਰ ਹੈ ਘਟ ਗਈ। ਓਕੇ। ਤੇ ਇੱਕ ਗੱਲ ਹੋਰ ਕਿ ਜੌਬ ਲਾਸਟ ਹੋਣਗੀਆਂ ਤੇ ਟੈਕਸਸ ਦਾ ਰੈਵਨਿਊ ਗਵਰਨਮੈਂਟ ਦਾ ਉਹ ਵੀ ਘਟੂਗਾ। ਹੁਣ ਕੈਨੇਡਾ ਦੇ ਵਿੱਚ ਤੁਹਾਨੂੰ ਮੈਂ ਮਤਲਬ ਗੱਲ ਕੰਪਲੀਟ ਕਰਕੇ ਤੁਹਾਡਾ ਕੁਐਸਚਨ ਅਗਲਾ ਸੁਣਦਾ ਕਿ ਡੈਟ ਟੂ GDP ਰੇਸ਼ੋ ਕੈਨੇਡਾ ਦੀ ਉਹ ਵੀ ਬੜੀ ਹਾਈ ਹੈ, 42.3% ਹੈ। ਤੇ 2027-28 ਦੇ ਵਿੱਚ ਗਵਰਨਮੈਂਟ ਗੱਲ ਕਰ ਰਹੀ ਹੈ ਬਜਟ ਬੈਲੈਂਸ ਕਰਨ ਦੀ। ਓਕੇ। ਤੇ ਉਦੋਂ ਪਹਿਲਾਂ ਜਿਹੜੇ ਆਸਾਰ ਨੇ ਉਹ ਬੜੇ ਭੈੜੇ ਨਜ਼ਰ ਆ ਰਹੇ ਨੇ। 2027-28 ਦੇ ਮਤਲਬ ਹੁਣ ਤੋਂ ਤਕਰੀਬਨ 5-6 ਸਾਲਾਂ ਦਾ। ਹਾਂਜੀ, ਇਹ 2015 ਤੋਂ ਬਾਅਦ ਪਹਿਲੀ ਵਾਰੀ ਟਰੂਡੋ ਗਵਰਨਮੈਂਟ ਨੇ ਬਜਟ ਬੈਲੈਂਸ ਕਰਨ ਦੀ ਗੱਲ ਕੀਤੀ ਹੈ। ਓਕੇ। 2027-28 ਲਈ। ਓਕੇ। ਹਾਂਜੀ। ਉਹ ਕੀ ਕਾਰਨ, ਉਹਦੀ ਕੀ ਵਜ੍ਹਾ ਮੰਨਦੇ? ਉਹਦੀ ਵਜ੍ਹਾ ਇਹ ਹੈ ਕਿ ਉਦੋਂ ਤੱਕ ਗਵਰਨਮੈਂਟ ਰਹਿਣੀ ਹੈ, ਪਤਾ ਨਹੀਂ ਪਤਾ ਨਹੀਂ ਪ੍ਰਾਈਮ ਮਿਨਿਸਟਰ ਟਰੂਡੋ ਖੁਦ ਪ੍ਰਾਈਮ ਮਿਨਿਸਟਰ ਉਸ ਵੇਲੇ ਕੰਟਰੀ ਦੇ ਹੋਣਗੇ ਕਿ ਨਹੀਂ, ਪਰ ਪੀਅਰ ਪੋਲਿਵ ਦੇ ਇਲੈਕਟ ਹੋਣ ਤੋਂ ਬਾਅਦ, ਲੀਡਰਸ਼ਿਪ ਜਿੱਤਣ ਤੋਂ ਬਾਅਦ, ਹੁਣ ਇਸ ਵੇਲੇ ਓਫੀਸ਼ੀਅਲ ਆਪੋਜੀਸ਼ਨ ਦੇ ਲੀਡਰ ਨੇ, ਉਹ ਫਾਈਨਾਂਸ ਦੇ ਕ੍ਰਿਟਿਕ ਵੀ ਸੀ। ਸੋ ਇਸ ਕਰਕੇ ਪ੍ਰਧਾਨ ਮੰਤਰੀ ਤੇ ਗਵਰਨਮੈਂਟ ਦਾ ਝੁਕਾਅ ਜਿਹੜਾ ਉਹਨਾਂ ਇਸ਼ੂਜ਼ ਨੂੰ ਕਾਊਂਟਰ ਕਰਨ ਦੇ ਲਈ ਤੇ ਵਧੀਆ ਪ੍ਰਪੋਜ਼ਲ ਦੇਣ ਦੇ ਲਈ ਬਣਦਾ ਜਾ ਰਿਹਾ, ਕਿਉਂਕਿ ਕੰਸਰਵੇਟਿਵ ਪਾਰਟੀ ਬੈਲੈਂਸ ਕਰਨਾ ਚਾਹੁੰਦੀ ਹੈ ਬਜਟ। ਅੱਛਾ, ਉਸ ਪਾਸੇ ਵੀ ਆਉਣਾ, ਪਰ ਦੋ ਇਸ਼ੂ ਸੀਗੇ ਜਿਨ੍ਹਾਂ ਵੱਲ ਖਾਸ ਧਿਆਨ ਸੀ। ਹਾਂਜੀ। ਇੰਟਰਸਟ ਰੇਟ ਵੱਧ ਰਹੇ ਨੇ, ਰੀਅਲ estate ਆਪਣੇ ਆਪ 'ਚ ਹੁਣ ਸਮਝ ਨਹੀਂ ਲੱਗਦੀ ਪਈ ਵੀ ਕਿੱਧਰ ਨੂੰ ਜਾ ਰਹੀ ਹੈ ਤੇ ਕਿੱਧਰ ਨੂੰ ਜਾਵੇਗੀ। ਕੁਛ ਉਸ ਬਾਬਤ ਕੋਈ ਖਾਸ ਰਕਮ ਜਾਂ ਕੁਛ ਖਾਸ ਬਜਟ ਦੇ ਵਿੱਚ ਰੱਖਿਆ ਗਿਆ ਹੋਏ ਮੌਰਗੇਜ ਨੂੰ ਕੰਟਰੋਲ ਕਰਨ ਵਾਸਤੇ, ਇੰਟਰਸਟ ਰੇਟਸ ਨੂੰ ਕੰਟਰੋਲ ਕਰਨ ਵਾਸਤੇ ਕੋਈ ਗੱਲ? ਬਿਲਕੁਲ ਨਹੀਂ। ਹਾਲਾਂਕਿ ਇਹ ਹੋਣਾ ਚਾਹੀਦਾ ਸੀ ਕੁਛ ਨਾ ਕੁਛ ਇਹਨਾਂ ਚੀਜ਼ਾਂ ਬਾਰੇ, ਤੇ ਉਹ ਨਹੀਂ ਹੈ। ਉਹਦੇ ਕਰਕੇ ਹੀ ਆਪੋਜੀਸ਼ਨ ਨੇ ਜਿਹੜਾ ਆਪਣੇ ਕਮੈਂਟ ਕੀਤੇ ਨੇ, ਉਹਨਾਂ ਨੇ ਇਹ ਕਿਹਾ ਕਿ ਕੰਸਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲਿਵ ਨੇ ਆਪਣੇ ਕ੍ਰਿਟਿਸਿਜ਼ਮ ਦੇ ਵਿੱਚ ਕਿਹਾ ਕਿ ਕੰਸਰਵੇਟਿਵ ਕਿ ਜਿਹੜਾ ਇਹ ਬਜਟ ਹੈ ਇਹਦੇ 'ਚ ਹਾਈ ਇਨਫਲੇਸ਼ਨ ਨੂੰ ਤੇ ਲੋਕਾਂ ਦੇ ਵੱਧ ਰਹੇ ਬਿੱਲਾਂ ਨੂੰ ਐਡਰੈਸ ਕਰਨ ਦੇ ਲਈ ਬਿਲਕੁਲ ਕੋਈ ਗੱਲ ਨਹੀਂ ਕੀਤੀ ਗਈ। ਤੇ ਫਿਰ ਜਿਹੜੇ ਰਿਸੈਸ਼ਨ ਦੇ ਲਈ ਪ੍ਰੈਪਰੇਸ਼ਨ ਹੈ ਇੱਕ ਪਾਸੇ ਤੋਂ, ਦੂਸਰੇ ਪਾਸੇ ਗ੍ਰੀਨ ਇਕੋਨਮੀ, ਤੀਸਰਾ ਕਾਸਟ ਆਫ ਲਿਵਿੰਗ ਘਟਾਉਣ ਦੀਆਂ, ਇਹਨਾਂ ਦਾ ਕੰਬੀਨੇਸ਼ਨ ਹੈ ਜਿਹੜਾ ਗਵਰਨਮੈਂਟ ਨੇ ਇੱਕ ਇਨਫਲਾਮੇਟਰੀ ਸਕੀਮ ਬਣਾ ਕੇ ਪੇਸ਼ ਕਰਤੀ ਬਜਟ। ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਨਵੀਆਂ ਸਪੈਂਡਿੰਗ ਨੇ ਗਵਰਨਮੈਂਟ ਕਰ ਰਹੀ ਹੈ ਉਹਨਾਂ ਨੂੰ ਬਜਟਰੀ ਕੱਟ ਦੇ ਨਾਲ ਮੈਚ ਤਾਂ ਹੋਇਆ ਨਹੀਂ। ਫਿਰ ਕਿ ਇਹਦੇ ਨਾਲ ਜਿਹੜੀ ਐਵਰੇਜ ਕੈਨੇਡੀਅਨ ਫੈਮਿਲੀ ਹੈ ਉਹ ਪਹਿਲਾਂ ਨਾਲੋਂ ਵੀ ਵੱਧ ਹਰਟ ਹੋਊਗੀ। ਨਾਲ ਉਹਨਾਂ ਨੇ ਤੁਹਾਡੇ ਕੁਐਸਚਨ ਦੇ ਆਨਸਰ ਲਈ ਇਹ ਵੀ ਕਿਹਾ ਕਿ ਕੈਨੇਡਾ ਦੀ ਮਨੀ ਸਪਲਾਈ, ਗਵਰਨਮੈਂਟ ਦਾ ਇਹਦੇ ਨਾਲ ਕੋਈ ਕੰਟਰੋਲ ਨਹੀਂ, ਪ੍ਰਾਈਮ ਮਿਨਿਸਟਰ ਆਊਟ ਆਫ ਟੱਚ ਹੈ ਇਹਨਾਂ ਚੀਜ਼ਾਂ ਦੇ ਉੱਤੋਂ। ਤੇ ਨਾਲ ਉਹਨਾਂ ਨੇ ਬਲੇਮ ਕੀਤਾ ਲਿਬਰਲ ਤੇ NDP ਨੂੰ ਕਿ ਕਾਰਬਨ ਟੈਕਸ ਲਾਇਆ ਇਸ ਇਕੋਨਮੀ ਦੇ ਮੰਦੇ ਦੇ ਸਮੇਂ ਤੇ, ਫੋਸਲ ਫਿਊਲ ਦੇ ਉੱਤੇ। ਤੇਲ ਦੀਆਂ ਕੀਮਤਾਂ ਕਿੰਨੀਆਂ ਵਧੀਆਂ ਹੋਈਆਂ ਨੇ, ਜਿਹੜੀ ਇਨਫਲੇਸ਼ਨ ਹੈ ਉਹ ਤਾਂ ਭਾਵੇਂ 6.9% ਹੈ, ਪਰ ਕੋਰ ਇਨਫਲੇਸ਼ਨ ਉਸ ਤੋਂ ਜ਼ਿਆਦਾ ਹੈ ਜੇ ਤੇਲ ਦੀਆਂ ਕੀਮਤਾਂ ਨੂੰ ਵੱਧਦੀਆਂ ਘਟਦੀਆਂ ਨੂੰ ਇੱਕ ਪਾਸੇ ਰੱਖ ਦੋ। ਤੇ ਉਹਦੇ ਬਾਰੇ ਉਹਨਾਂ ਨੇ NDP ਤੇ ਲਿਬਰਲ ਨੂੰ ਬਲੇਮ ਵੀ ਕੀਤਾ। ਦੂਸਰੇ ਪਾਸੇ NDP ਨੇ ਇਹ ਕਿਹਾ ਕਿ ਗਵਰਨਮੈਂਟ ਨੇ ਇਨਫ ਨਹੀਂ ਕੀਤਾ ਕਾਸਟਸ ਨੂੰ ਘਟਾਉਣ ਦੇ ਲਈ। ਇਹ NDP ਬੋਲੀ, ਇਹ NDP ਦੇ ਲੀਡਰ ਨੇ ਕਿਹਾ। ਤੇ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਤਜਵੀਜ਼ ਆ ਗਵਰਨਮੈਂਟ ਨੂੰ ਕਿ GST ਹੋਮ ਹੀਟਿੰਗ ਦੇ ਉੱਤੇ ਐਟਲੀਸਟ ਖਤਮ ਕੀਤੀ ਜਾਵੇ, ਕਿਉਂਕਿ ਮੂਹਰੇ ਵਿੰਟਰ ਆ ਰਹੀ ਹੈ। ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਤੇ ਵਿੰਡਫਾਲ ਟੈਕਸ ਲਾਉਣਾ ਚਾਹੀਦਾ, ਚਾਹੇ ਉਹ ਐਨਰਜੀ ਦੀਆਂ ਕੰਪਨੀਆਂ ਨੇ ਚਾਹੇ ਗਰੋਸਰੀ ਦੇ ਸਟੋਰ ਨੇ। ਪਰ ਮੈਂ ਇਹ ਅੰਡਰਸਟੈਂਡ ਕਰਦਾ ਕਿ ਜੇ ਗਰੋਸਰੀ ਵਾਲਿਆਂ ਤੇ એનર્ਜੀ ਕੰਪਨੀਆਂ ਤੇ ਵੱਡਾ ਟੈਕਸ ਲੱਗਦਾ ਤਾਂ ਉਹਨਾਂ ਨੇ ਤਾਂ ਕੰਜ਼ਿਊਮਰ ਨੂੰ ਹੀ ਅੱਗੇ ਟ੍ਰਾਂਸਫਰ ਕਰਨਾ, ਉਹਨਾਂ ਨੇ ਆਪਣੇ ਕੀਮਤਾਂ ਹੋਰ ਵੱਧ ਜਾਣਗੀਆਂ। ਇਸ ਕ੍ਰਿਟਿਸਿਜ਼ਮ ਦੇ ਬਾਵਜੂਦ ਵੀ NDP ਨੇ ਕਿਹਾ ਕਿ ਉਹ ਬਜਟ ਨੂੰ ਸਪੋਰਟ ਕਰਨਗੇ ਤੇ ਗਵਰਨਮੈਂਟ ਦੇ ਨਾਲ ਵੋਟ ਪਾਉਣਗੇ। ਇੱਕ ਪਾਸੇ ਕ੍ਰਿਟਿਸਿਜ਼ਮ ਕਰ ਰਹੇ ਨੇ, ਦੂਜੇ ਪਾਸੇ ਸਪੋਰਟ ਵੀ ਕਰ ਰਹੇ ਨੇ। ਸੋ ਇਹ ਸਥਿਤੀ ਹੈ ਜਿਹੜੀ ਇਹਦੇ ਨਾਲ ਕਾਫੀ ਹਾਲਤ ਖਰਾਬ ਨੇ। ਜਿਹੜਾ ਗਿਰੇਲ ਸਾਹਿਬ ਬਜਟ ਹੁੰਦਾ ਆ, ਹਾਂਜੀ, ਇਹ ਆਉਣ ਵਾਲੇ ਸਾਲ ਦੀ ਤਿਆਰੀ ਹੁੰਦੀ ਹੈ ਨਾਲ। ਬਿਲਕੁਲ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਢੰਗ ਤਰੀਕੇ ਨਾਲ ਇਸ ਦਿੱਕਤ ਪ੍ਰੋਬਲਮ ਪਰੇਸ਼ਾਨੀ ਨਾਲ ਨਜਿੱਠਾਂਗੇ, ਉਹਦੇ ਵਾਸਤੇ ਰਕਮ ਰਾਖਵੀਂ ਰੱਖੀ ਜਾਂਦੀ ਹੈ ਨਾ। ਬਿਲਕੁਲ, ਗਵਰਨਮੈਂਟ ਨੇ ਦੇਖੋ ਪਹਿਲਾਂ ਇੱਕ ਥਰੋਨ ਸਪੀਚ ਦਿੱਤੀ ਜਾਂਦੀ ਹੈ, ਉਹਦੇ 'ਚ ਗਵਰਨਮੈਂਟ ਦੀ ਵਿਜ਼ਨ ਹੁੰਦੀ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਓਕੇ, ਫਿਰ ਉਹ ਕੁਝ ਕਰਨ ਦੇ ਲਈ
ਪੈਸੇ ਕਿੰਨੇ ਚਾਹੀਦੇ ਨੇ, ਕਿਸ ਤਰੀਕੇ ਨਾਲ ਐਲੋਕੇਟ ਕਰਨੇ ਨੇ, ਕਿਹੜੀਆਂ ਪ੍ਰਾਇੋਰਟੀ ਦੇ ਕਿੰਨੇ ਪੈਸੇ ਲਾਉਣੇ ਨੇ, ਉਹ ਬਜਟ 'ਚ ਪੇਸ਼ ਕੀਤੇ ਜਾਂਦੇ ਆ। ਇਸੇ ਕਰਕੇ ਥਰੋਨ ਸਪੀਚ ਤੇ ਬਜਟ ਇਹ ਦੋਨੋਂ ਕੌਨਫੀਡੈਂਸ ਵੋਟ ਹੁੰਦੇ ਨੇ। ਦੇ ਗਵਰਨਮੈਂਟ ਇਹਨਾਂ ਦੇ ਜੇ ਨਹੀਂ ਜਿੱਤ ਸਕਦੀ, ਕੌਨਫੀਡੈਂਸ ਲੂਜ਼ ਹੋ ਜੇ ਤਾਂ ਗਵਰਨਮੈਂਟ ਡਿੱਗ ਵੀ ਪੈਂਦੀ ਹੈ। ਬਿਲਕੁਲ ਠੀਕ ਹੈ। ਅਸੀਂ ਕੈਨੇਡਾ ਦੇ ਵਿੱਚ ਪੇਸ਼ ਹੋਏ ਮਿੰਨੀ ਬਜਟ ਦੀ ਗੱਲ ਕਰਦੇ ਸੀ। ਇੱਕ ਅੱਧਾ ਸਵਾਲ ਉਹਦੇ ਨਾਲ ਜੁੜਦਾ ਜੋ ਹੋਰ ਪੁੱਛ ਕੇ ਅਸੀਂ ਅਗਲੇ ਬੰਨੇ ਖਬਰ ਤੇ ਵਧਾਂਗੇ। ਗਰੇਵਾਲ ਸਾਹਿਬ, ਹੁਣ ਰੀਅਲ ਸਟੇਟ ਮਾਰਕੀਟ ਦੀ ਅਸੀਂ ਸਟਾਰਟਿੰਗ ਤੇ ਵੀ ਜ਼ਿਕਰ ਕੀਤਾ ਹੈ ਨਾ, ਤੇ ਬਜਟ ਦੇ ਵਿੱਚ ਵੀ ਕੁਝ ਖਾਸ ਨਹੀਂ ਨਿਕਲ ਕੇ ਆਇਆ, ਪਰ ਇੰਟਰਸਟ ਰੇਟ ਹੋਰ ਵੀ ਵਧਣਗੇ। ਉਹ ਜਿਹੜੇ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਉਹਨਾਂ ਵੱਲੋਂ ਵੀ ਬਿਆਨ ਆ ਗਿਆ ਵੀ ਅਜੇ ਹੋਰ ਵੀ ਤਾਂ ਜਾਵਾਂਗੇ। ਪਰ ਹੁਣ ਇਹਦਾ ਅਸਰ ਕਿਸ ਢੰਗ ਤਰੀਕੇ ਨਾਲ ਪਾ ਰਿਹਾ? ਐਕਸਪਰਟਸ ਕੋਈ ਕੁਛ ਕਹਿ ਰਿਹਾ, ਕੋਈ ਇਹਨੂੰ ਰਿਸੈਸ਼ਨ ਨਾਲ ਜੋੜ ਰਿਹਾ ਵੀ ਇਹਦੇ ਨਾਲ ਸਾਨੂੰ ਹੋਰ ਧੱਕਾ ਮਿਲ ਰਿਹਾ ਰਿਸੈਸ਼ਨ ਵੱਲ ਨੂੰ, ਕੋਈ ਇਹਨੂੰ ਕਿਉਂਕਿ ਜਦੋਂ ਲੋਕਾਂ ਦਾ ਨਿੱਜੀ ਵਿੱਤੀ ਸੰਕਟ ਬਣਨਾ ਆ, ਫਿਰ ਉਹਨੇ ਕਲੈਕਟਿਵਲੀ ਦੇਸ਼ ਦਾ ਵਿੱਤੀ ਸੰਕਟ ਵੀ ਬਣਨਾ ਆ। ਬਿਲਕੁਲ। ਉਹਦੇ ਬਾਬਤ ਕੋਈ ਐਕਸਪਰਟਸ ਦੀ ਰਾਏ, ਕੋਈ ਸਲਾਹ, ਕਦੋਂ ਤੱਕ ਇੱਦਾਂ ਚੱਲੂਗਾ, ਕਦੋਂ ਤੱਕ ਇਹਦੀ ਵਾਪਸੀ ਹੋਊਗੀ ਇੰਟਰਸਟ ਰੇਟ ਦੀ, ਕੋਈ ਇਹਦੇ ਬਾਰੇ ਆਈਡੀਆ? ਦੇਖੋ, ਜਿਉਂ ਕੀਮਤਾਂ ਵਧੀਆਂ ਨੇ, ਇਨਫਲੇਸ਼ਨ ਵਧੀ ਹੈ, ਇੰਟਰਸਟ ਰੇਟ ਵਧੇ ਨੇ, ਉਹਦੇ ਨਾਲ ਕੰਜ਼ਿਊਮਰ 'ਤੇ ਬਹੁਤ ਜ਼ਿਆਦਾ ਫਰਕ ਪਿਆ, ਚਾਹੇ ਉਹ ਰੀਅਲ ਸਟੇਟ ਮਾਰਕੀਟ ਆ, ਹਾਊਸਿੰਗ ਮਾਰਕੀਟ ਹੈ, ਉਹਨਾਂ ਚੀਜ਼ਾਂ ਦੇ ਉੱਤੇ। ਪਰ ਨਾਲ ਜਿਹੜਾ ਕਰਜ਼ਾ ਵਧਿਆ, ਇਹ ਇੱਕ ਹੋਰ ਵੱਡੀ ਪ੍ਰੋਬਲਮ ਹੈ। ਕੈਨੇਡਾ ਦੇ ਵਿੱਚ ਲੋਕਾਂ ਦੇ ਉੱਤੇ ਕਰਜ਼ਾ ਬਹੁਤ ਜ਼ਿਆਦਾ ਹੈ। ਜਿਹੜੇ ਹਾਊਸ ਹੋਲਡ ਡੈਟ ਹੈ 186% ਹੈ ਡਿਸਪੋਜ਼ੇਬਲ ਇਨਕਮ ਦਾ ਔਨ ਐਨ ਐਵਰੇਜ। ਆਲਮੋਸਟ ਜਿੰਨੀ ਇਨਕਮ ਉਹਦੇ ਨਾਲੋਂ ਦੁੱਗਣਾ ਕਰਜ਼ਾ ਔਨ ਐਨ ਐਵਰੇਜ ਕੈਨੇਡਾ ਦੇ ਵਿੱਚ। ਇਹ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ USA ਤੇ ਜਰਮਨੀ ਨਾਲੋਂ ਸਾਰਿਆਂ ਹੋਰਾਂ ਕੰਟਰੀਆਂ ਨਾਲੋਂ ਜ਼ਿਆਦਾ। ਓਕੇ। ਤੇ ਵੈਸੇ ਇਹਦਾ ਜਿਹੜਾ ਕੈਨੇਡਾ ਦਾ ਓਵਰਆਲ ਕਰਜ਼ਾ $1.1 ਟ੍ਰਿਲੀਅਨ ਹੈ, ਜਿਹੜਾ ਕਿ ਪਿਛਲੇ ਸਾਲ $721 ਬਿਲੀਅਨ ਹੀ ਸੀ। ਤੇ ਇਹ ਕਲੈਕਟਿਵਲੀ ਗਵਰਨਮੈਂਟ ਦਾ ਤੇ ਲੋਕਾਂ ਦਾ? ਹਾਂ, ਗਵਰਨਮੈਂਟ ਦਾ, ਜਿਹੜਾ ਕੈਨੇਡਾ ਦਾ ਕਰਜ਼ਾ। ਅੱਛਾ, ਕੈਨੇਡੀਅਨ ਗਵਰਨਮੈਂਟ। ਹਾਂਜੀ। ਜਦ ਕਿ USA ਦਾ $31 ਟ੍ਰਿਲੀਅਨ ਹੈ, ਉਹ ਵੀ ਬਹੁਤ ਜ਼ਿਆਦਾ। ਜਿਹੜਾ ਇੰਟਰਸਟ ਪੇ ਕਰਨਾ ਪੈਂਦਾ ਜਦੋਂ ਇੰਟਰਸਟ ਰੇਟ ਵੱਧਦੇ ਨੇ, ਤਾਂ ਗਵਰਨਮੈਂਟ ਵੀ ਉਹਦੇ 'ਚ ਮਾਰ ਖਾਂਦੀ ਹੈ, ਕਿਉਂਕਿ ਇੰਟਰਸਟ ਉਹਨਾਂ ਨੂੰ ਵੀ, ਗਵਰਨਮੈਂਟ ਨੂੰ ਵੀ ਵੱਧ ਪੇ ਕਰਨਾ ਪੈਂਦਾ ਕਰਜ਼ੇ ਦੇ ਉੱਤੇ। $31 ਟ੍ਰਿਲੀਅਨ ਕਰਜ਼ਾ, 31 ਦੇ ਨਾਲ 12 ਜ਼ੀਰੋਆਂ। ਤੇ ਤੁਸੀਂ ਦੇਖੋ ਕਿੰਨਾ ਜ਼ਿਆਦਾ ਅਮਰੀਕਾ ਦਾ ਕਰਜ਼ਾ। ਉਹਨਾਂ ਦਾ $27,000 ਇੰਟਰਸਟ 1 ਸੈਕਿੰਡ 'ਚ ਪੈ ਜਾਂਦਾ ਅਮਰੀਕਨ ਗਵਰਨਮੈਂਟ ਨੂੰ। $27,000 ਪਰ ਸੈਕਿੰਡ ਇੰਟਰਸਟ ਪੇਮੈਂਟ। ਅਸੀਂ ਐਵੇਂ ਫਿਰ ਨਿੱਕੇ ਮੋਟੇ ਕਰਜ਼ਿਆਂ ਦੀ ਪਰਵਾਹ ਕਰੀ ਜਾਂਦੇ। ਹਾਂਜੀ। ਸੋ ਜਿਹੜਾ ਇਹ ਕਰਜ਼ਾ ਵਾ ਕੈਨੇਡਾ ਦੇ ਉੱਤੇ, ਇਹ ਇੱਕ ਹੋਰ ਵੱਡੀ ਪ੍ਰੋਬਲਮ। ਉਹਦੇ ਕਰਕੇ ਮਾਰਕੀਟ ਦੇ ਉੱਤੇ ਬਹੁਤ ਫਰਕ ਪੈਂਦਾ। ਹੁਣ ਜਿਹੜੀ ਰੀਅਲ ਸਟੇਟ ਮਾਰਕੀਟ ਹੈ, ਉਹਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਫਰਵਰੀ ਦੇ ਵਿੱਚ ਪੀਕ ਸੀ, ਚੇਲਾਵਾਕ ਦੇ ਵਿੱਚ 30% ਘਟ ਗਈਆਂ, ਲੈਂਗਲੀ 'ਚ 40% ਘਟ ਗਈਆਂ। ਐਵਰੇਜ ਕੈਨੇਡਾ 'ਚ 14% ਰੀਅਲ ਸਟੇਟ ਦੀਆਂ ਪ੍ਰਾਈਸਾਂ ਆਲਰੇਡੀ ਘਟ ਚੁੱਕੀਆਂ ਨੇ। ਇਹਦੇ ਨਾਲ ਉਹਨਾਂ ਲੋਕਾਂ ਨੂੰ ਜ਼ਿਆਦਾ ਫਰਕ ਪੈਂਦਾ ਜਿਨ੍ਹਾਂ ਨੇ ਘਰ ਨਵੇਂ ਬਾਈ ਕੀਤੇ ਨੇ, ਤੇ ਜਾਂ ਫਿਰ ਜਿਹੜੇ ਓਵਰ ਸਟ੍ਰੈਚ ਕਰ ਲਏ, ਮੌਰਗੇਜ ਉਹਨਾਂ ਨੇ ਜ਼ਿਆਦਾ ਲੈ ਲਈ, ਤੇ ਉਹ ਟਰਬਲ ਦੇ ਵਿੱਚ ਨੇ। ਹੁਣ ਲੋਕ ਕੈਨੇਡਾ ਦੇ ਵਿੱਚ ਜਦੋਂ ਇੰਟਰਸਟ ਰੇਟ ਘੱਟ ਸੀਗੇ, ਮੌਰਗੇਜਿਸ 'ਤੇ ਰਿਲਾਈ ਕਰਕੇ ਲੋਕਾਂ ਨੇ ਹੈਵੀਲੀ ਰੀਅਲ ਸਟੇਟ ਦੇ ਵਿੱਚ ਇਨਵੈਸਟ ਕਰ ਲਿਆ। ਉਹ ਹੁਣ ਸਾਰੇ ਜੈਪੜੀ ਦੇ ਵਿੱਚ ਪਏ ਹੋਏ ਨੇ, ਤੇ ਉਹਦੇ ਨਾਲ ਇਕੋਨਮੀ ਨੂੰ ਹੋਰ ਫਰਦਰ ਨੁਕਸਾਨ ਹੋਣ ਦੇ ਚਾਂਸਸ ਨੇ, ਕਿਉਂਕਿ ਜੇ ਬੈਂਕਰਪਸੀਆਂ ਹੋਣਗੀਆਂ, ਲੋਕਾਂ ਦੇ ਘਰ ਜਾਣਗੇ। ਤੇ IMF ਨੇ ਵੀ ਵਾਰਨਿੰਗ ਦਿੱਤੀ ਹੈ ਕਿ ਮੌਰਗੇਜ ਦੇ ਖਿਲਾਫ ਲੋਕਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਕੈਨੇਡਾ ਦੇ ਵਿੱਚ ਤਕਰੀਬਨ ਅੱਧੀਆਂ ਮੌਰਗੇਜਿਸ ਵੇਰੀਏਬਲ ਮੌਰਗੇਜਿਸ ਨੇ। ਅੱਛਾ। ਜਦੋਂ ਇੰਟਰਸਟ ਵੱਧਦਾ ਘਟਦਾ ਤਾਂ ਮੌਰਗੇਜਿਸ ਦੀ ਅਮਾਊਂਟ ਵੀ ਨਾਲ ਫਰਕ ਪੈਂਦਾ। ਇਸ ਕਰਕੇ ਇਹ ਜ਼ਿਆਦਾ ਵੱਡੀ ਪ੍ਰੋਬਲਮ ਹੈ। ਆਕਸਫੋਰਡ ਇਕੋਨਮੀ ਇੱਕ ਗਰੁੱਪ ਹੈ, ਉਹਨਾਂ ਨੇ ਇਹ ਵਾਰਨ ਕੀਤਾ ਕਿ ਕੈਨੇਡਾ ਸਾਰੀ ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਨੰਬਰ 1 ਤੇ ਜਿਹੜਾ ਮੋਸਟ ਵਲਨਰੇਬਲ ਹੈ ਜਦੋਂ ਰਿਸੈਸ਼ਨ ਆਉਂਦਾ। ਅੱਛਾ। ਨੰਬਰ 2 ਤੇ ਤਾਇਵਾਨ ਆ, ਨੰਬਰ 3 ਤੇ ਫਿਨਲੈਂਡ ਆ, ਫਿਰ ਨਿਊਜ਼ੀਲੈਂਡ ਹੈ। ਰਾਇਲ ਬੈਂਕ ਦੇ ਇਕੋਨੋਮਿਸਟ ਨੇ ਵਾਰਨ ਕੀਤਾ ਕਿ ਇਕੋਨਮੀ ਦੇ ਇਸ ਮੰਦੇ ਦੇ ਮਦਵਾੜੇ ਦੇ ਵਿੱਚ ਜੇ ਆਇਆ ਤਾਂ 40% ਕੀਮਤਾਂ ਘਰਾਂ ਦੀਆਂ ਘਟ ਜਾਣਗੀਆਂ। ਹੁਣ 14% ਨੇ, 40% ਘਟ ਸਕਦੀਆਂ ਨੇ। ਸੋ ਇਹ ਉਹਨਾਂ ਦੀ ਐਸਟੀਮੇਸ਼ਨ ਹੈ। ਇਹਨਾਂ ਚੀਜ਼ਾਂ ਤੋਂ ਇਹ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਮਿਨੀ ਬਜਟ ਹੈ, ਭਾਵੇਂ ਉਹ ਰੋਡ ਮੈਪ ਹੈ ਰਿਸੈਸ਼ਨ ਦੇ ਲਈ, ਪਰ ਮੰਦੇ ਦੇ ਚਾਂਸਸ ਜ਼ਿਆਦਾ ਨੇ। ਅੱਛਾ, ਜਿਹੜੀਆਂ ਬੈਂਕਾਂ ਨੇ, ਹਾਂਜੀ, ਬੈਂਕਾਂ ਇਸ ਚੀਜ਼ ਦੇ ਉੱਤੇ ਕੀ ਬੋਲਦੀਆਂ ਹੋਣਗੀਆਂ, ਜਾਂ ਉਹਨਾਂ ਦਾ ਕਿਵੇਂ ਦਾ ਸਟੈਂਡ ਹੋਊ, ਕਿਉਂਕਿ ਮਾਰ ਉਹਨਾਂ ਨੂੰ ਵੀ ਤੇ ਨਾਲ ਬਰਾਬਰ ਦੀ ਪੈਣੀ ਹੈ। ਦੇਖੋ, ਬੈਂਕ ਉਹਦੇ 'ਚ ਪ੍ਰੋਫਿਟ ਲੈਂਦੇ ਨੇ। ਬੈਂਕਸ ਇਸ ਵੇਲੇ ਜਦੋਂ ਮੰਦਾ ਪੈਂਦਾ, ਜਾਂ ਹੁਣ ਤੱਕ ਕੋਵਿਡ ਦੇ ਦੌਰਾਨ ਵੀ, ਸਾਰਿਆਂ ਨਾਲੋਂ ਵੱਧ ਕਿਸੇ ਵੀ ਇੰਡਸਟਰੀ 'ਚ ਇਨਕਮ ਜਾਂ ਪ੍ਰੋਫਿਟ ਜ਼ਿਆਦਾ ਹੋਇਆ ਤਾਂ ਬੈਂਕਿੰਗ ਇੰਡਸਟਰੀ ਨੂੰ ਹੋਇਆ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਹੋਇਆ। ਚਾਹੇ ਇਕੋਨਮੀ ਡਾਊਨ ਜਾਂਦੀ ਹੈ, ਚੱਪ ਜਾਂਦੀ ਹੈ, ਬੈਂਕਾਂ ਨੂੰ ਯੂਜ਼ਲੀ ਪ੍ਰੋਫਿਟ ਹੀ ਲੈਂਦੇ ਨੇ ਉਹ। ਓਕੇ।
ਸੋ ਮਤਲਬ ਉਹ ਵਿਨ-ਵਿਨ 'ਚ ਹੀ ਰਹਿੰਦੇ ਆ, ਵਿਨ-ਵਿਨ 'ਚ ਹੀ ਰਹਿੰਦੇ ਨੇ, ਉਹਨਾਂ ਨੂੰ ਨੁਕਸਾਨ ਕੋਈ ਨਹੀਂ, ਹਾਂਜੀ। ਕਿਉਂਕਿ ਇੰਟਰਸਟਡ ਵੱਧ ਗਏ ਤੇ ਐਗਜ਼ਿਸਟਿੰਗ ਮਾਰਗੇजेस ਜਿਹੜੀਆਂ ਘੱਟ ਦੇ ਦਿੱਤੀਆਂ ਹੁਣ ਉਹਨਾਂ ਦੇ ਵੱਧ ਗਏ ਤੇ ਉਹਨਾਂ ਨੂੰ ਤੇ ਇਹਨਾਂ ਦੀ ਇਨਕਮ ਤੇ ਵਧੀ ਆ, ਉਹਨਾਂ ਨੂੰ ਕੋਈ। ਅੱਛਾ, ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਫਲਾਈਟ ਕੈਂਸਲ ਹੋਣ ਤੇ ਪਿੱਛੇ ਜੇ ਗਵਰਨਮੈਂਟ ਨੇ ਕਿਹਾ ਸੀ ਕਿ ਵੀ ਤੁਹਾਨੂੰ ਮੁਆਵਜ਼ਾ ਦੇਣਾ ਪਊਗਾ ਲੋਕਾਂ ਨੂੰ, ਤੇ ਕੁਝ 에ਅਰਲਾਈਨਸ ਇਹਦੇ ਖਿਲਾਫ ਉਦੋਂ ਹੀ ਆਵਾਜ਼ ਆਈ, ਪਰ ਹੁਣ ਕਹਿੰਦੇ ਕਿ ਉਹ ਦੇਣੇ ਨਹੀਂ ਚਾਹੁੰਦੇ, ਹੁਣ ਕੋਈ ਐਕਸ਼ਨ ਵੀ ਲੈ ਰਹੇ ਇਹਦੇ ਖਿਲਾਫ। ਕਿਹੜੀ 에ਅਰਲਾਈਨ ਆ ਜਿਹੜੀ ਇਹ ਕੰਪਨਸੇਸ਼ਨ ਦੇ ਖਿਲਾਫ ਆ ਤੇ ਕਿਉਂ, ਕੀ ਰੀਜ਼ਨ ਕੀ ਦੱਸਿਆ ਉਹਨਾਂ ਨੇ? ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਇੱਕ ਕੁਆਜ਼ੀ ਗਵਰਨਮੈਂਟ ਆਰਗੇਨਾਈਜੇਸ਼ਨ ਆ, ਉਹਨੂੰ ਕਹਿੰਦੇ ਨੇ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ। ਠੀਕ ਹੈ ਜੀ। ਇਹ ਰੈਗੂਲੇਸ਼ਨਸ ਵਗੈਰਾ ਬਣਾਉਂਦੀ ਹੈ ਤੇ ਜਾਂ ਮੋਨੀਟਰ ਕਰਦੀ ਹੈ। ਇਹਨਾਂ ਨੇ ਇਹ ਕਿਹਾ ਕਿ ਜਦੋਂ ਫਲਾਈਟਾਂ ਕੈਂਸਲ ਹੋ ਜਾਂਦੀਆਂ ਨੇ ਤੇ ਉਹਦੇ 'ਚ ਭਾਵੇਂ ਉਹ ਲੇਬਰ ਸ਼ਾਰਟੇਜ ਕਰਕੇ ਹੋਈਆਂ ਨੇ ਤੇ ਜੇ ਉਹਦੇ 'ਚ 에ਅਰਲਾਈਨ ਦਾ ਕਸੂਰ ਹੈ ਤਾਂ ਲੋਕਾਂ ਨੂੰ ਕੈਂਸਲੇਸ਼ਨ ਦੇ ਲਈ ਮੁਆਵਜ਼ਾ ਦਿੱਤਾ ਜਾਵੇ $1000 ਦੇ ਕਰੀਬ ਲੋਕਲੀ ਡੋਮੈਸਟਿਕ ਫਲਾਈਟਾਂ ਦੇ ਵਿੱਚ ਜੀ। ਤੇ ਪਰ 에ਅਰ ਕੈਨੇਡਾ ਤੇ ਵੈਸਟ ਜੈਟ ਨੇ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਜਾ ਕੇ ਅਪੀਲ ਦਰਜ ਕੀਤੀ ਹੈ ਕਿ ਇਹ ਜਿਹੜੀ ਇਨਸਟਰਕਸ਼ਨ ਦਿੱਤੀ ਗਈ ਹੈ ਜਾਂ ਇਹ ਰੈਗੂਲੇਸ਼ਨ ਕਿਹਾ ਗਿਆ ਇਹ ਸਹੀ ਨਹੀਂ ਹੈ, ਮਿਸਰੈਪਰੈਜ਼ੈਂਟੇਸ਼ਨ ਕੀਤੀ ਹੈ ਕੈਨੇਡਾ ਨੇ ਕੰਪਨਸੇਸ਼ਨ ਰੈਗੂਲੇਸ਼ਨਸ ਦੀ। ਤੇ ਇਹਦੇ ਵਿੱਚ ਇੱਕ ਹੋਰ ਏਜੰਸੀ ਹੈ ਜਿਹਨੂੰ ਕਹਿੰਦੇ ਨੇ ਕੈਨੇਡਾ 에ਅਰ ਪੈਸੇਂਜਰਸ ਪ੍ਰੋਟੈਕਸ਼ਨ ਰੈਗੂਲੇਸ਼ਨਸ ਬਣਾਉਂਦੇ ਨੇ, APPR। ਉਹਨਾਂ ਨੇ ਵੀ ਕੰਪਨਸੇਸ਼ਨ ਦੇ ਲਈ ਜਿਹੜੀ ਹੈਗੀ ਹੈ CTA ਉਹਦਾ ਸਾਥ ਦਿੱਤਾ ਸੀ। ਸੋ ਹੁਣ ਜਦੋਂ ਇਹ ਅਪੀਲ ਕੀਤੀ ਗਈ ਹੈ, ਜੇ ਅਪੀਲ ਜਿੱਤ ਜਾਂਦੇ ਨੇ ਤਾਂ ਉਹਦੇ ਨਾਲ ਜੇ ਫਰਜ਼ ਕਰੋ ਕਿ ਤੁਸੀਂ ਕੋਈ ਫਲਾਈਟ ਬੁੱਕ ਕੀਤੀ ਹੈ, ਤੁਹਾਨੂੰ 에ਅਰਲਾਈਨ ਕਹਿੰਦੀ ਹੈ ਕਿ ਜੀ ਪਾਇਲਟ ਨੇ ਕਾਲ ਕਰਕੇ ਹੁਣੇ ਦੱਸਿਆ ਘੰਟਾ ਪਹਿਲਾਂ ਕਿ ਉਹ ਬਿਮਾਰ ਹੈ, ਫਲਾਈਟ ਕੈਂਸਲ ਹੈ, ਤੇ ਤੁਹਾਨੂੰ ਉਹਦਾ ਮੁਆਵਜ਼ਾ ਨਹੀਂ ਮਿਲੂਗਾ। ਉਹਦੇ 'ਚ 에ਅਰਲਾਈਨ ਇਹ ਕਹਿੰਦੀ ਹੈ ਕਿ ਇਹ ਸੇਫਟੀ ਦਾ ਇਸ਼ੂ ਹੈ, ਵੀ ਇਹ ਸਾਡੇ ਕੋਲ ਪਾਇਲਟ ਹੈ ਨਹੀਂ, ਜੇ ਅਸੀਂ ਮਾੜਾ ਪਾਇਲਟ ਲਾਇਆ ਤਾਂ ਸੇਫਟੀ ਦਾ ਇਸ਼ੂ ਹੈ, ਇਸ ਕਰਕੇ ਕੰਪਨਸੇਸ਼ਨ ਨਹੀਂ ਦੇਣੀ। ਕੰਪਨਸੇਸ਼ਨ ਉਦੋਂ ਮਿਲਦੀ ਹੈ ਜਦੋਂ ਤੁਸੀਂ ਕਦੇ ਫਲਾਈਟ ਕੈਂਸਲੇਸ਼ਨ ਤੋਂ ਬਾਅਦ ਜਾਂ ਫਲਾਈਟ ਡਿਸਰਪਸ਼ਨ ਤੋਂ ਬਾਅਦ ਤੁਹਾਡਾ ਕੋਈ ਫਾਈਨੈਂਸ਼ੀਅਲ ਲਾਸ ਹੋਇਆ, ਸਫਰ ਹੋਇਆ ਹੋਵੇ। ਜੇ ਤੁਸੀਂ ਉਹ ਪ੍ਰੂਵ ਕਰ ਦੋ ਕਿ ਫਾਈਨੈਂਸ਼ੀਅਲ ਲਾਸ ਸਫਰ ਹੋਇਆ, ਫਿਰ ਤੁਹਾਨੂੰ ਕੰਪਨਸੇਸ਼ਨ ਦੇਣੀ ਪੈਂਦੀ ਹੈ ਉਹਨਾਂ ਨੂੰ। ਸੋ ਉਹ ਕੰਪਨਸੇਸ਼ਨ ਜੈਪਡੀ ਦੇ ਵਿੱਚ ਪੈ ਗਈ। ਇਸ ਵੇਲੇ 16000 ਦੇ ਕਰੀਬ ਪੈਸੇਂਜਰ ਨੇ ਜਿਹੜੇ ਕੰਪਨਸੇਸ਼ਨ ਦੇ ਲਈ ਉਹਨਾਂ ਨੇ ਅਪੀਲਾਂ ਜਾਂ ਰਿਕੁਐਸਟ ਪਾਈਆਂ ਹੋਈਆਂ ਨੇ ਮਈ ਮਹੀਨੇ ਤੋਂ ਬਾਅਦ ਮਈ ਤੋਂ ਬਾਅਦ ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਤੇ 16000 ਦੇ ਕਰੀਬ। ਸੋ ਇਸ ਕਰਕੇ ਜਿਹੜੇ ਇਹ ਰੂਲਸ ਨੇ ਇਹ ਜੈਪਡੀ ਦੇ ਵਿੱਚ ਨੇ, ਤੇ ਜੇ ਜਿੱਤ ਜਾਂਦੇ ਨੇ ਤਾਂ ਉਹ ਕੰਪਨਸੇਸ਼ਨ ਨਹੀਂ ਮਿਲਣਗੀਆਂ। ਅੱਛਾ, ਨਹੀਂ ਮਿਲਣਗੀਆਂ। ਫਿਰ ਚਲੋ ਅਗਲੀ ਗੱਲ ਜਿਹੜੀ ਆ ਉਹ RCMP ਦੇ ਆਫੀਸਰਸ ਨਾਲ ਜੁੜਦੀ ਆ, ਸਿੱਧੀ ਨਹੀਂ ਜੁੜਦੀ। ਉਹ PM ਦੀ ਸਿਕਿਉਰਿਟੀ ਦੇ ਵਿੱਚ ਸੀ ਆਫੀਸਰ, ਤਾਂ ਉਹਨਾਂ ਨਾਲ ਜੁੜਦੀ ਆ। ਹੁਣ ਉਹਨਾਂ ਵੱਲੋਂ ਕੋਈ ਇਨਫੋਰਮੇਸ਼ਨ ਲੀਕ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ, ਉਹਨਾਂ ਦੀ ਕਿ ਨਿੱਜੀ ਸਿਕਿਉਰਿਟੀ 'ਚ ਸਨ ਪ੍ਰਾਈਮ ਮਿਨਿਸਟਰ ਦੀ, ਤੇ ਕਿੱਦਾਂ ਦੀ ਇਨਫੋਰਮੇਸ਼ਨ ਲੀਕ ਕੀਤੀ ਹੈ ਤੇ ਕਿਹਨੂੰ ਕੀਤੀ ਤੇ ਉਹਦਾ ਪਤਾ ਕਿਵੇਂ ਲੱਗਾ? ਦੇਖੋ, ਜਦੋਂ ਕੈਨੇਡੀਅਨ ਗਵਰਨਮੈਂਟ ਨੇ ਐਮਰਜੈਂਸੀ ਐਕਟ ਇਨਵੋਕ ਕੀਤਾ ਸੀ ਫਰਵਰੀ ਦੇ ਵਿੱਚ, ਜਦੋਂ ਕੌਨਵਾਏ, ਫਰੀडम ਕੌਨਵਾਏ ਪ੍ਰੋਟੈਸਟ ਕਰਦੇ ਸੀਗੇ ਕੋਵਿਡ ਵੈਕਸੀਨੇਸ਼ਨ ਦੇ ਮੈਂਡੇਟ ਦੇ ਖਿਲਾਫ ਜੀ, ਉਸ ਟਾਈਮ ਤੋਂ ਬਾਅਦ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਹਾਊਸ ਆਫ ਕਾਮਨ ਦੇ ਵਿੱਚ ਪਬਲਿਕ ਆਰਡਰ ਐਮਰਜੈਂਸੀ ਕਮਿਸ਼ਨ ਇੱਕ ਇਨਕੁਆਇਰੀ ਕਰ ਰਿਹਾ ਹੈ। ਉਹਨਾਂ ਦਾ ਮਕਸਦ ਇਹ ਹੈ ਇਨਵੈਸਟੀਗੇਟ ਕਰਨਾ ਕਿ ਗਵਰਨਮੈਂਟ ਦਾ ਡਿਸੀਜਨ ਸੀ ਜਿਹੜਾ ਉਹ ਸਹੀ ਸੀ ਕਿ ਨਹੀਂ। ਉਹਦੇ ਵਿੱਚ ਕਈ ਤਰ੍ਹਾਂ ਦੇ ਤੱਥ ਸਾਹਮਣੇ ਆਏ ਨੇ, ਕਈ ਵਿਟਨੈਸਸ ਅਪੀਅਰ ਹੋਏ ਨੇ, ਉਹਨਾਂ ਨੇ ਨਵੀਂ ਇਨਫੋਰਮੇਸ਼ਨ ਲਿਆ ਕੇ ਦਿੱਤੀ ਹੈ। ਉਹਦੇ ਵਿੱਚੋਂ ਇੱਕ ਨਵੀਂ ਇਨਫੋਰਮੇਸ਼ਨ ਇੰਟੈਲੀਜੈਂਸ ਸੋਰਸਸ ਨੇ ਪ੍ਰੈਜ਼ੈਂਟ ਕੀਤੀ ਹੈ। ਉਹਦੇ ਅਧੀਨ ਕਿ ਇੱਕ ਕੋਈ ਪੁਰਾਣਾ RCMP ਦਾ ਆਫੀਸਰ ਸੀ ਜਿਹਨੇ ਰਿਜ਼ਾਈਨ ਕਰਤਾ ਕਿਉਂਕਿ ਉਹ ਵੈਕਸੀਨੇਸ਼ਨ ਦੇ ਮੈਂਡੇਟ ਦੇ ਹੱਕ ਦੇ ਵਿੱਚ ਸੀ, ਤੇ ਮਾਊਂਟੀਜ਼ ਫਾਰ ਫਰੀडम ਉਹਦਾ ਮੈਂਬਰ ਵੀ ਸੀ। ਅੱਛਾ, ਉਸ ਆਫੀਸਰ ਨੇ ਪ੍ਰਾਈਮ ਮਿਨਿਸਟਰ ਦੀ ਸਕੈਜੂਲ ਲੀਕ ਕਰਤੀ। ਲੀਕ ਕਰਨ ਦੇ ਨਾਲ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਜੈਪਡੀ 'ਚ ਪੈ ਗਈ। ਪ੍ਰਾਈਮ ਮਿਨਿਸਟਰ ਨੂੰ ਕੁਝ ਰੈਲੀਆਂ ਪੋਸਟਪੋਨ ਕਰਨੀਆਂ ਪਈਆਂ ਜਾਂ ਕੈਂਸਲ ਕਰਨੀਆਂ ਪਈਆਂ, ਤੇ ਪ੍ਰਾਈਮ ਮਿਨਿਸਟਰ ਨੂੰ ਬੁਲਟ ਪ੍ਰੂਫ ਜੈਕਟ ਪਾਉਣੀ ਪਈ। ਅੱਛਾ, ਜੇ ਇਹ ਗੱਲ ਸਹੀ ਹੈ ਤਾਂ ਇਹਦੇ ਮੁਤਾਬਕ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੀ ਡਿਟੇਲ ਹੈ, ਪ੍ਰਾਈਮ ਮਿਨਿਸਟਰ ਪ੍ਰੋਟੈਕਸ਼ਨ ਡਿਟੇਲ, RCMP ਦਾ ਇੱਕ ਯੂਨਿਟ ਹੈ, ਉਹਨਾਂ ਦੀ ਰਿਸਪੌਂਸਿਬਿਲਿਟੀ ਹੈ ਪ੍ਰਾਈਮ ਮਿਨਿਸਟਰ ਨੂੰ ਤੇ ਪ੍ਰਾਈਮ ਮਿਨਿਸਟਰ ਦੀ ਫੈਮਿਲੀ ਨੂੰ 24/7 ਪ੍ਰੋਟੈਕਟ ਕਰਨਾ। ਜੇ RCMP ਦਾ ਇੱਕ ਆਫੀਸਰ ਜਿਹਦੀ ਡਿਊਟੀ ਇਹ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਪ੍ਰੋਟੈਕਟ ਕਰਨਾ ਜਾਂ ਉਹਦੀ ਫੈਮਿਲੀ ਨੂੰ ਪ੍ਰੋਟੈਕਟ ਕਰਨਾ ਜਾਂ VIPs ਨੂੰ ਪ੍ਰੋਟੈਕਟ ਕਰਨਾ,
ਉਹੀ ਇਨਫੋਰਮੇਸ਼ਨ ਰਿਲੀਜ਼ ਕਰਦੇ ਤਾਂ ਇਹਦੇ ਨਾਲ ਕੈਨੇਡਾ ਦੇ ਰੈਪੂਟੇਸ਼ਨ ਤੇ ਬਹੁਤ ਫਰਕ ਪੈਂਦਾ। ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਤੇ ਫਰਕ ਤਾਂ ਪੈਂਦਾ ਹੀ ਪੈਂਦਾ, ਕਿਉਂਕਿ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਦੇ ਉੱਤੇ ਟਰਸਟ ਕਰਨਾ ਪੈਂਦਾ, ਉਹਨਾਂ ਦੀ ਪਾਲਿਸੀ ਦੇ ਉੱਪਰ। ਪਲੱਸ ਸੀਕ੍ਰੇਟ ਇਨਫੋਰਮੇਸ਼ਨ ਹੈ ਕੈਨੇਡਾ ਦੀ, ਜਿਹੜੀ ਕਿ ਬਾਹਰ ਨਹੀਂ ਜਾਣੀ ਚਾਹੀਦੀ। ਜੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਰਿਲੀਜ਼ ਹੋਈ ਹੈ ਤਾਂ ਉਹਦੇ ਨਾਲ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਵੀ ਜੈਪਡੀ 'ਚ ਪੈ ਗਈ, ਸਿਕਿਉਰ ਇਨਫੋਰਮੇਸ਼ਨ ਵੀ ਜੈਪਡੀ 'ਚ ਪੈ ਗਈ, ਤੇ ਪਲੱਸ ਕੈਨੇਡਾ ਦਾ ਰੈਪੂਟੇਸ਼ਨ, ਜੋ ਕਿ ਫੋਰਨ ਡਿਗਨਿਟਰੀ ਕੈਨੇਡਾ ਆਉਣਗੇ ਤਾਂ ਉਹ ਡਾਊਟ ਕਰਨਗੇ ਕਿ ਸਾਡੀ ਸਿਕਿਉਰਿਟੀ ਕੈਨੇਡਾ 'ਚ ਹੋਊਗੀ ਕਿ ਨਹੀਂ ਹੋਊਗੀ। ਸੋ ਇਹਨਾਂ ਚੀਜ਼ਾਂ ਸਾਰੀਆਂ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਤੇ ਅਸਰ ਪੈਂਦਾ ਇਹਦਾ। ਹਾਂਜੀ, ਹੁਣ ਅਸੀਂ ਜਿਹੜੇ ਇਸ਼ੂ ਦੀ ਗੱਲ ਕਰਨੀ ਆ ਉਹ ਇੱਕ ਟੈਰਰਿਸਟ ਲਿਸਟ ਦੇ ਨਾਲ ਸੰਬੰਧਿਤ ਆ। ਹਰ ਇੱਕ ਦੇਸ਼ ਵੱਲੋਂ ਆਪੋ ਆਪਣੇ ਦੇਸ਼ ਦੇ ਵਿੱਚ ਇੱਕ ਟੈਰਰਿਸਟ ਲਿਸਟ ਹੁੰਦੀ ਆ, ਜਿਹਦੇ ਵਿੱਚ ਉਹ ਜਾਂ ਬੰਦਿਆਂ ਦੇ ਜਾਂ ਫਿਰ ਕਿਸੇ ਜਥੇਬੰਦੀਆਂ ਦੇ ਨਾਮ ਹੁੰਦੇ ਨੇ ਜਿਹੜੇ ਕਿ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ, ਜਾਂ ਕਿਸੇ ਵੀ ਢੰਗ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਦੇ ਲਈ ਕੁਛ ਨਾ ਕੁਛ ਸਹਿਮਤੀ ਵਾਲੇ ਗਰੁੱਪ ਹੁੰਦੇ ਆ। ਹੁਣ ਉਹਨਾਂ ਦੇ ਵਿੱਚ ਕੈਨੇਡਾ ਵਾਲੇ ਪਾਸੇ ਵੀ ਇੱਕ ਜਿਹੜੀ ਲਿਸਟ ਬਣੀ ਆ, ਉਹਦੇ ਵਿੱਚ ਇੱਕ ਖਾਸ ਗਰੁੱਪ ਸੀ ਈਰਾਨ ਦਾ। ਹੁਣ ਉਹ ਕੌਣ ਗਰੁੱਪ ਆ, ਕਿਵੇਂ ਆ, ਕਿੱਦਾਂ ਦਾ ਆ, ਉਹਦੀ ਖਾਸੀਅਤ ਕੀ ਆ, ਇਹਦੇ ਬਾਰੇ ਅਸੀਂ ਡਿਟੇਲ ਲਵਾਂਗੇ। ਤੇ ਜਿਹੜੀ ਅਪਡੇਟ ਇਹਦੇ ਉੱਤੇ ਗਰੇਵਾਲ ਸਾਹਿਬ ਕੈਨੇਡੀਅਨ ਜਸਟਿਸ ਮਿਨਿਸਟਰ ਦਾ ਕੋਈ ਬਿਆਨ ਆਇਆ, ਉਹ ਬੋਲੇ ਨੇ, ਕੀ ਬੋਲੇ ਨੇ? ਪਹਿਲਾਂ ਤੇ ਗਰੁੱਪ ਬਾਰੇ ਦੱਸ ਦਿਓ, ਇੱਕ ਲਿਸਟ, ਪਹਿਲਾਂ ਲਿਸਟ ਤੋਂ ਸ਼ੁਰੂਆਤ ਕਰਦੇ ਹਾਂ ਵੀ ਇਹ ਲਿਸਟਾਂ ਕੀ ਹੁੰਦੀਆਂ ਨੇ ਜਿਹੜੀਆਂ ਟੈਰਰਿਸਟ ਲਿਸਟਾਂ ਹੁੰਦੀਆਂ ਨੇ। ਦੇਖੋ, 9/11 ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਕਈ ਨਵੀਆਂ ਲੈਜਿਸਲੇਟਿਵ ਚੇਂਜਸ ਆਈਆਂ। ਕੈਨੇਡਾ ਥੋੜਾ ਸਲੋ ਸੀ। 2001 ਦੇ ਵਿੱਚ ਕੈਨੇਡਾ ਨੇ ਕ੍ਰਿਮੀਨਲ ਕੋਡ ਅਮੈਂਡ ਕਰਕੇ ਉਹਦੇ 'ਚ ਟੈਰਰਿਸਟ ਗਰੁੱਪਸ ਦੀ ਲਿਸਟ ਬਣਾਉਣੀ ਸ਼ੁਰੂ ਕੀਤੀ। ਅੱਛਾ, ਐਜ਼ ਵੀ ਸਪੀਕ ਇਸ ਵੇਲੇ ਅਜੋਕੇ ਸਮੇਂ ਦੇ ਵਿੱਚ 73 ਗਰੁੱਪ ਨੇ, 73 ਗਰੁੱਪਸ ਉਸ ਲਿਸਟ ਦੇ ਉੱਪਰ। ਤੇ ਉਹਨਾਂ ਦੇ ਵਿੱਚ ਜਿਹੜਾ ਈਰਾਨ ਦਾ ਰੈਵੋਲੂਸ਼ਨਰੀ ਗਾਰਡ ਕਾਰਪਸ ਆ ਉਹ ਹਾਜ਼ਰ ਨਹੀਂ ਹੈ, ਸ਼ਾਮਲ ਨਹੀਂ ਹੈ। ਹਾਲਾਂਕਿ ਤਾਲਿਬਾਨ ਸ਼ਾਮਲ ਹੈ ਤੇ ਕਈ ਹੋਰ ਗਰੁੱਪ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਦੁਨੀਆ 'ਚ ਕਿੰਤੂ ਪਰੰਤੂ ਹੈ। ਹੁਣ ਜਿਹੜਾ ਈਰਾਨ ਦਾ, ਇਹਨੂੰ IRGC ਕਹਿੰਦੇ ਨੇ, ਇਹ USA ਦੀ ਟੈਰਰਿਸਟ ਲਿਸਟ ਦੇ ਉੱਪਰ ਸ਼ਾਮਲ ਹੈ, ਯੂਰਪ ਦੇ ਵਿੱਚ ਸ਼ਾਮਲ ਹੈ, ਜਰਮਨੀ ਵੀ ਇਹਨੂੰ ਸ਼ਾਮਲ ਕਰਨ ਜਾ ਰਿਹਾ, ਪਰ ਕੈਨੇਡਾ ਸ਼ਾਮਲ ਨਹੀਂ ਕਰ ਰਿਹਾ। ਕੈਨੇਡਾ, ਭਾਵੇਂ ਕੈਨੇਡਾ ਨੇ ਜਦੋਂ ਮਹਾਸਾ ਅਮੀਨੀ ਦੀ 16 ਸਤੰਬਰ ਨੂੰ ਮੌਤ ਹੋਈ ਹੈ ਕੁੜੀ ਦੀ, ਕਿਉਂਕਿ ਉਹਨੇ ਜਿਹੜੇ ਉੱਥੋਂ ਦੇ ਔਰਤਾਂ ਪ੍ਰਤੀ ਡਰੈਸ ਕੋਡ ਆ ਉਹਨੂੰ ਵਾਇਲੇਟ ਕੀਤਾ ਕਿਹਾ ਜਾਂਦਾ। ਉਦੋਂ ਬਾਅਦ ਬਹੁਤ ਪ੍ਰੋਟੈਸਟ ਵੀ ਹੋਏ ਨੇ ਤੇ ਉਹਨਾਂ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਵੀ ਬਣਿਆ ਤੇ ਦੁਨੀਆ ਦੇ ਵਿੱਚ ਵਾਦ ਵਿਵਾਦ ਦਾ ਵੀ ਇਹ ਇੱਕ ਕਾਰਨ ਬਣਿਆ ਹੋਇਆ। ਸੋ ਇਸ ਸਥਿਤੀ ਦੇ ਵਿੱਚ ਫੈਡਰਲ ਗਵਰਨਮੈਂਟ ਨੇ, ਕੈਨੇਡਾ ਦੀ ਨੇ, ਕਈ ਵਾਰੀ ਰੈਫਰ ਕੀਤਾ ਇਸ IRGC ਗਰੁੱਪ ਨੂੰ ਕਿ ਟੈਰਰਿਸਟ ਆਰਗੇਨਾਈਜੇਸ਼ਨ ਹੈ। ਇਹ ਵੀ ਕਿਹਾ ਗਿਆ ਕਿ ਇਸ ਟੈਰਰਿਸਟ ਆਰਗੇਨਾਈਜੇਸ਼ਨ ਦੇ ਜਿਹੜੇ ਗਰੁੱਪ ਦੇ ਲੀਡਰ ਨੇ ਉਹ ਟੈਰਰਿਸਟ ਨੇ। ਇਹ ਵੀ ਕਿਹਾ ਗਿਆ ਕਿ ਜਿਹੜਾ ਇਮੀਗ੍ਰੇਸ਼ਨ ਦੇ ਰੈਗੂਲੇਸ਼ਨਸ ਨੇ ਉਹਦੇ ਤਹਿਤ ਲੋਕਾਂ ਨੂੰ ਇਨਐਡਮਿਸਿਬਲ ਡਿਕਲੇਅਰ ਕੀਤਾ ਜਾਊਗਾ ਜਿਹੜੇ ਮੈਂਬਰ, ਇਸ ਗਰੁੱਪ ਦੇ ਮੈਂਬਰ ਨੇ। ਤੇ ਪਰ ਗਵਰਨਮੈਂਟ ਨੇ ਇਸ ਗਰੁੱਪ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਨਹੀਂ ਕੀਤਾ। ਇਹ ਗਰੁੱਪ ਕੀ ਹੈ? ਇੰਟਰਨੈਸ਼ਨਲ ਰੈਵੋਲੂਸ਼ਨਰੀ ਗਾਰਡ ਕਾਰਪਸ 1979 ਦੇ ਵਿੱਚ ਬਣਾਇਆ ਗਿਆ, ਜਦੋਂ ਰੈਵੋਲੂਸ਼ਨ ਆਇਆ ਈਰਾਨ ਦੇ ਵਿੱਚ 1979 ਦੇ ਵਿੱਚ, ਗਵਰਨਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ। ਬਾਅਦ ਵਿੱਚ ਇਹ ਕਾਫੀ ਐਕਸਪੈਂਡ ਕਰ ਗਿਆ। ਇਸ ਵੇਲੇ ਇਹ ਮੋਸਟ ਪਾਵਰਫੁਲ ਪੈਰਾ ਮਿਲਟਰੀ ਗਰੁੱਪ ਆ ਮਿਡਲ ਈਸਟ ਦੇ ਵਿੱਚ। ਇਹ ਆਪਰੇਟ ਕਰਦਾ ਆਪਣੀ ਓਨ ਇੰਟੈਲੀਜੈਂਸ ਸਰਵਿਸ ਨੂੰ। ਤੇ ਪਰ ਡਾਇਰੈਕਟਲੀ ਰਿਪੋਰਟ ਕਰਦਾ ਸੁਪਰੀਮ ਲੀਡਰ ਈਰਾਨ ਦੇ ਨੂੰ। ਮਤਲਬ ਈਰਾਨ ਦਾ ਗਰੁੱਪ ਹੈ, ਫਿਰ ਈਰਾਨ ਦਾ ਗਰੁੱਪ ਹੈ, ਸਰਕਾਰੀ ਗਰੁੱਪ ਹੋ ਗਿਆ। ਫਿਰ ਉਤਨਾ ਸਰਕਾਰੀ ਗਰੁੱਪ ਹੈ, ਇੱਕ ਮਿਲਟਰੀ ਦਾ ਹਿੱਸਾ ਵੀ ਹੈ, ਪੈਰਾ ਮਿਲਟਰੀ ਗਰੁੱਪ ਹੈ। ਤੇ ਇਹ ਇਰਾਨੀਅਨ ਆਰਮਡ ਫੋਰਸਿਸ ਦੀ ਇੱਕ ਬ੍ਰਾਂਚ ਸਮਝ ਲਓ ਜਿਹੜੀ ਇੰਡੀਪੈਂਡੈਂਟਲੀ ਆਪਰੇਟ ਕਰਦੀ ਹੈ। ਪਰ ਇਹਨਾਂ ਦੇ ਇਕਨੋਮਿਕ ਇੰਟਰਸਟ ਵੀ ਨੇ। ਈਰਾਨ ਦੀ ਇੱਕ ਐਸਟੀਮੇਸ਼ਨ ਦੇ ਮੁਤਾਬਕ 50% ਇਕਨੋਮੀ ਨੂੰ ਕੰਟਰੋਲ ਕਰਦੇ ਆ। ਇਹ ਟੈਰਰਿਸਟ ਗਰੁੱਪ ਹੈ ਜਿਹੜਾ ਈਰਾਨ ਕੰਟਰੀ ਦੀ। ਉਹਦੇ ਵਿੱਚ ਨਾਨ ਮਿਲਟਰੀ ਸੈਕਸ਼ਨ ਜਿਵੇਂ ਬੈਂਕ ਨੇ ਜਾਂ ਸ਼ਿਪਿੰਗ ਇੰਡਸਟਰੀ ਆ, ਉਹਨਾਂ ਨੂੰ ਵੀ ਕੰਟਰੋਲ ਕਰਦੇ ਨੇ। ਮਤਲਬ ਪੈਰਲਲ ਸਰਕਾਰ ਹੀ ਚਲਾਉਂਦੇ ਨੇ ਈਰਾਨ 'ਚ ਕਿ ਫਿਰ ਬਿਲਕੁਲ ਜੇ 50% ਇਕਨੋਮੀ ਨੂੰ ਕੰਟਰੋਲ ਕਰਦੇ, ਇਨਫਲੂਐਂਸ ਕਰਦੇ ਨੇ। ਤੇ ਫਿਰ ਇਹਨਾਂ ਨੇ ਸਟੇਟ ਸੈਂਕਸ਼ਨਡ ਟੈਰਰਿਸਟ ਅਟੈਕ ਥਰੂ ਆਊਟ ਦਾ ਵਰਲਡ ਕੀਤੇ ਨੇ। ਜਿਹੜੀ ਈਰਾਨ ਦੀ ਗਵਰਨਮੈਂਟ ਉਹਨਾਂ ਨੂੰ ਸਪਾਂਸਰ ਕਰਦੀ ਹੈ, ਬਾਹਰਲੇ ਕੰਟਰੀਆਂ 'ਚ ਅਟੈਕ ਕਰਦੇ ਨੇ ਤੇ ਉਹਦੇ ਲਈ ਇਹਨਾਂ ਨੂੰ ਅਕਿਊਜ਼ ਕੀਤਾ ਗਿਆ। ਤੇ ਪਰ ਈਵਨ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਉਹਨਾਂ ਨੂੰ ਸਪੋਰਟ ਵੀ ਕਰਦੇ। ਪਰ ਈਰਾਨ ਦੀ ਗਵਰਨਮੈਂਟ ਨੇ ਡਿਨਾਈ ਕੀਤਾ ਆਫ ਕੋਰਸ ਇਹਨਾਂ ਨੂੰ।
ਅੱਛਾ, ਫਿਰ ਕੈਨੇਡਾ ਨੇ ਕਿਉਂ ਨਹੀਂ ਪਾਇਆ ਉਸ ਸੂਚੀ ਦੇ ਵਿੱਚ? ਹਾਂਜੀ, ਇਹ ਬੜੀ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ। ਇਸ ਆਰਗੇਨਾਈਜੇਸ਼ਨ ਨੂੰ ਪਹਿਲਾਂ ਤਾਂ ਬਲੇਮ ਕੀਤਾ ਜਦੋਂ ਇੱਕ PS 752 ਪਿਛਲੇ ਸਾਲ ਇੱਕ ਫਲਾਈਟ ਈਰਾਨ ਨੇ ਸ਼ੂਟ ਕੀਤੀ ਸੀ। ਹਾਂ, ਜਦੋਂ ਕਹਿੰਦੇ ਸੀ ਗਲਤੀ ਨਾਲ ਹੋ ਗਈ। ਉਹਦੇ ਪਿੱਛੇ ਇਸ ਗਰੁੱਪ ਨੂੰ ਮੰਨਿਆ ਜਾਂਦਾ। ਫਿਰ ਇਸ ਗਰੁੱਪ ਨੇ 2018 ਦੇ ਵਿੱਚ ਹਾਊਸ ਆਫ ਕਾਮਨ ਦੇ ਵਿੱਚ ਇੱਕ ਮੋਸ਼ਨ ਰੱਖਿਆ ਗਿਆ ਕਿ ਇਸ ਗਰੁੱਪ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਬਣਾਇਆ ਜਾਵੇ। ਗਵਰਨਮੈਂਟ ਨੇ ਪ੍ਰੋਮਿਸ ਕੀਤਾ ਪਰ ਬਣਾਇਆ ਨਹੀਂ। ਜਦੋਂ ਕਿਸੇ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਗਰੁੱਪ ਬਣਾਇਆ ਜਾਂਦਾ, ਇਸ ਲਿਸਟ ਤੇ ਪਾਇਆ ਜਾਂਦਾ, ਤਾਂ ਗਵਰਨਮੈਂਟ ਕੋਲ ਅਥਾਰਟੀ ਹੁੰਦੀ ਹੈ ਕਿ ਬੈਂਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਐਸੈਟਸ ਨੇ ਉਹਨਾਂ ਨੂੰ ਫਰੀਜ਼ ਕੀਤਾ ਜਾਵੇ, ਜਿਹੜੇ ਇਹਦੇ ਮੈਂਬਰਸ ਨੇ ਉਹਨਾਂ ਨੂੰ ਚਾਰਜ ਕੀਤਾ ਜਾਵੇ। ਇਹ ਗਵਰਨਮੈਂਟ ਕਰ ਸਕਦੀ ਹੈ। ਪਰ ਇਹ ਨਾ ਕਰਨ ਦੇ ਕਾਰਨ ਕੀ ਨੇ? ਕੈਨੇਡਾ ਦੇ ਅਟਾਰਨੀ ਜਨਰਲ ਤੇ ਜਸਟਿਸ ਮਿਨਿਸਟਰ ਡੇਵਿਡ ਲੈਮੈਟੀ, ਉਹਨਾਂ ਨੇ ਕਿਹਾ ਕਿ ਜੇ ਅਸੀਂ IRGC ਨੂੰ ਇਸ ਮਿਲਟਰੀ ਗਰੁੱਪ ਨੂੰ ਜਿਹੜਾ ਕਿ ਮਿਲਟਰੀ ਸਰਵਿਸ ਦਾ ਇੱਕ ਮੈਂਡੇਟਰੀ ਗਰੁੱਪ ਈਰਾਨ ਦੇ ਵਿੱਚ, ਜੇ ਅਸੀਂ ਉਹਨਾਂ ਨੂੰ ਕ੍ਰਿਮੀਨਲ ਕੋਡ ਦੇ ਅਧੀਨ ਟੈਰਰਿਸਟ ਲਿਸਟ ਦੇ ਉੱਤੇ ਪਾਉਨੇ ਆ, ਤਾਂ ਇਹ ਇੱਕ ਬਲੰਟ ਇੰਸਟਰੂਮੈਂਟ ਬਣ ਜਾਂਦਾ ਸਾਰੇ ਗਰੁੱਪ ਨੂੰ ਡੀਲ ਕਰਨ ਦੇ ਲਈ। ਵੱਡਾ ਗਰੁੱਪ, ਵੱਡਾ ਥੌੜਾ ਬਣ ਜਾਂਦਾ ਉਹਨਾਂ ਨੂੰ ਡੀਲ ਕਰਨ ਦੇ ਲਈ। ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਇਨੋਸੈਂਟ ਲੋਕ ਨੇ, ਜਿਵੇਂ ਉਸ ਗਰੁੱਪ ਦੇ ਵਿੱਚ ਕੋਈ ਕੁੱਕਸ ਨੇ ਜਿਹੜੇ ਰੋਟੀ ਬਣਾਉਂਦੇ ਨੇ, ਖਾਣਾ ਕੁੱਕ ਕਰਦੇ ਨੇ, ਉਹ ਵੀ ਸਫਰ ਕਰਨਗੇ। ਫਿਰ ਉਹਦੇ ਨਾਲ ਜਿਹੜੇ ਇਰਾਨੀਅਨ ਕੈਨੇਡਾ ਦੇ ਵਿੱਚ ਆ ਗਏ ਗਵਰਨਮੈਂਟ ਦੇ ਰਜੀਮ ਤੋਂ ਭੱਜ ਕੇ ਆਜ਼ਾਦੀ ਦੇ ਲਈ, ਬੈਟਰ ਲਾਈਫ ਦੇ ਲਈ, ਤਾਂ ਉਹਨਾਂ ਨੂੰ ਵੀ ਅਰੈਸਟ ਕਰਨਾ ਪੈ ਸਕਦਾ। ਉਹਨਾਂ ਨੂੰ ਕਿੱਦਾਂ ਕਰਨਾ ਪੈ ਸਕਦਾ? ਕਿਉਂਕਿ ਜੇ ਉਹ ਗਰੁੱਪ ਦੇ ਪੁਰਾਣੇ ਮੈਂਬਰ ਸੀਗੇ ਤਾਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਅਰੈਸਟ ਕਰਨਾ ਪਊਗਾ। ਇੱਕ ਇਹਦਾ ਕਾਰਨ ਦੱਸਿਆ ਉਹਨਾਂ ਨੇ। ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਜੇ ਇਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਦੇ ਲਿਸਟ 'ਤੇ ਪਾਉਣੇ ਆ ਤਾਂ ਰਿਸੋਰਸਿਸ ਬਹੁਤ ਜ਼ਿਆਦਾ ਚਾਹੀਦੇ ਨੇ। ਕੈਨੇਡਾ ਕੋਲੇ ਉਹਨੇ ਰਿਸੋਰਸਿਸ ਹੈ ਨਹੀਂ, ਡਿਮਾਂਡ ਵੱਧ ਜਾਣੀ ਹੈ। RCMP ਦੇ ਉੱਤੇ, ਸੀਸਸ ਦੇ ਉੱਤੇ, CBSA ਦੇ ਉੱਤੇ, ਫਿਨਟਰੈਕ ਦੇ ਉੱਤੇ, ਫਾਈਨੈਂਸ਼ੀਅਲ ਇੰਟੈਲੀਜੈਂਟ ਗਰੁੱਪ ਦੇ ਉੱਤੇ, ਉਹਨਾਂ ਦੇ ਉੱਤੇ ਡਿਮਾਂਡ ਵੱਧ ਜਾਣੀ ਹੈ ਉਹਨੂੰ ਇੰਪਲੀਮੈਂਟ ਕਰਨ ਲਈ। ਪਰ ਗਵਰਨਮੈਂਟ ਕੋਲ ਇੰਨੇ ਰਿਸੋਰਸਿਸ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਕਿ ਜੇ ਅਸੀਂ ਕਿਸੇ ਮਿਲਟਰੀ ਸਟੇਟ ਗਰੁੱਪ ਦੇ ਉੱਤੇ ਇੱਦਾਂ ਦੀ ਇਸ਼ੂ ਲਾਉਣੇ ਆ, ਲੇਬਲ ਲਾਉਣੇ ਆ ਟੈਰਰਿਸਟ ਗਰੁੱਪ ਦਾ, ਤਾਂ ਉਹ ਲਾ ਨਹੀਂ ਸਕਦੇ ਕਿਉਂਕਿ ਉਹ ਗਵਰਨਮੈਂਟ ਦੀ ਮਿਲਟਰੀ ਦਾ ਗਰੁੱਪ ਹੈ ਇੱਕ। ਤੇ ਬਾਕੀ ਕੰਟਰੀਜ਼ ਨੇ ਕਿਵੇਂ ਲਾਇਆ? ਬਾਕੀ ਕੰਟਰੀਜ਼ ਨੇ ਲਾਇਆ। ਕੈਨੇਡਾ ਸੋਚਦਾ ਕਿ ਨਹੀਂ ਲਾ ਸਕਦੇ। ਅਮਰੀਕਾ ਨੇ, ਯੂਰਪ ਨੇ ਲਾਇਆ। ਈਵਨ ਕੈਨੇਡਾ ਨੇ ਜਿੱਦਾਂ ਮੈਂ ਮੈਂਸ਼ਨ ਕੀਤਾ ਕਿ ਤਾਲਿਬਾਨ, ਐਕਚੁਅਲੀ ਦੇਖਿਆ ਜਾਵੇ ਤਾਲਿਬਾਨ ਤਾਂ ਡੀਫੈਕਟੋ ਗਵਰਨਮੈਂਟ ਰਨ ਕਰਦੇ ਨੇ ਅਫਗਾਨਿਸਤਾਨ ਦੀ, ਉਹਨਾਂ ਨੂੰ ਟੈਰਰਿਸਟ ਲਿਸਟ ਦੇ ਉੱਤੇ ਪਾਇਆ ਹੋਇਆ। ਤੇ ਇਸ ਗਰੁੱਪ ਨੂੰ ਪਾਉਣ ਤੋਂ ਕੈਨੇਡਾ ਡਰ ਰਿਹਾ। ਕਈ ਹੋਰ ਵੀ ਕਾਰਨ ਹੋ ਸਕਦੇ, ਹਿਡਨ ਏਜੰਡਾ ਵੀ ਹੋ ਸਕਦਾ ਕਿ ਈਰਾਨ ਦੇ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਕੰਟਰੀ, ਉਹਨਾਂ ਨਾਲ ਕੋਈ ਖਹਿਬਾਜ਼ੀ ਹੋ ਗਈ ਜਾਂ ਲੜਾਈ ਦੀ ਕੋਈ ਆਸਾਰ ਅੱਗੇ, ਜੀਓ ਪੋਲੀਟੀਕਲ ਸਿਚੁਏਸ਼ਨ ਚੇਂਜ ਹੋ ਰਹੀ ਹੈ। ਤਾਂ ਅਟਾਰਨੀ ਜਨਰਲ ਤੇ ਜਸਟਿਸ ਮਿਨਿਸਟਰ ਨੇ ਕਿਹਾ ਕਿ ਅਸੀਂ ਸੈਂਕਸ਼ਨਸ ਦਾ ਲਾ ਸਕਦੇ ਹਾਂ ਗਰੁੱਪ ਦੇ ਉੱਤੇ, ਪਰ ਉਹਨਾਂ ਨੂੰ ਟੈਰਰਿਸਟ ਗਰੁੱਪ ਦੇ ਵਿੱਚ ਸ਼ਾਮਲ ਨਹੀਂ ਕਰ ਸਕਦੇ। ਚਲੋ ਜੀ, ਸੋ ਮਤਲਬ ਇਹ ਹੁਣ ਇਹਦੇ ਤੇ ਸੰਤੁਸ਼ਟੀ ਲੋਕਾਂ ਨੂੰ ਕਿੰਨੀ ਕੁ ਹੁੰਦੀ ਹੈ ਤੇ ਹੁਣ ਲੋਕਾਂ ਦਾ ਨਿਰਭਰ ਕਰਦਾ। ਪਰ ਬਾਕੀ ਜੇ ਇੱਕ ਪਹਿਲੀਆਂ ਕੰਟਰੀਜ਼ ਨੇ ਲਾਈਆਂ ਨੇ ਤੇ ਫਿਰ ਜੇ ਇਸ ਢੰਗ ਤਰੀਕੇ ਨਾਲ ਕੈਨੇਡਾ ਨਹੀਂ ਲਾਉਂਦਾ ਤੇ ਫਿਰ ਸਵਾਲ ਤੇ ਲੋਕੀ ਕਰਨਗੇ ਨਾ, ਉਸ ਦੇ ਕੁਐਸਚਨ ਤੇ ਕੀਤੇ ਜਾਣਗੇ। ਨਾਲੇ ਡਬਲ ਸਟੈਂਡਰਡ ਕਿੱਦਾਂ ਹੋ ਗਿਆ? ਤੁਸੀਂ ਇੱਕ ਕੰਟਰੀ ਦੀ ਸਿਮਿਲਰ ਡੀਫੈਕਟੋ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਆ ਉਹਨੂੰ ਕਰ ਸਕਦੇ ਆ, ਦੂਸਰੇ ਕੰਟਰੀ ਨੂੰ ਕਰ ਨਹੀਂ ਸਕਦੇ। ਫਿਰ ਤੁਸੀਂ ਪਬਲਿਕ ਸਟੇਟਮੈਂਟਾਂ ਦੇ ਵਿੱਚ ਕਹਿੰਦੇ ਹੋ ਕਿ ਟੈਰਰਿਸਟ ਆਰਗੇਨਾਈਜੇਸ਼ਨ ਹੈ, ਟੈਰਰਿਸਟ ਗਰੁੱਪ ਹੈ, ਇਹਦੇ ਮੈਂਬਰ ਟੈਰਰਿਸਟ ਨੇ, ਅਸੀਂ ਕੁਝ ਕਰਾਂਗੇ, ਪਰ ਕਰਦੇ ਹੈ ਨਹੀਂ। ਇੱਕ ਤਾਲਿਬਾਨ ਨੂੰ ਕਰਨ ਵਾਲਾ ਕੈਨੇਡਾ ਪਹਿਲੀਆਂ 'ਚ ਸੀਗਾ, ਬਿਲਕੁਲ, ਜਿਨ੍ਹਾਂ ਨੇ ਅਜੇ ਤੱਕ ਉਹਨੂੰ ਗੌਰਮੈਂਟ ਨਹੀਂ ਮੰਨਿਆ। ਬਾਕੀ ਤਕਰੀਬਨ ਸਗੋਂ ਕਈ ਦੇਸ਼ਾਂ ਨੇ ਤਾਲਿਬਾਨ ਨੂੰ ਗੌਰਮੈਂਟ ਦਾ ਦਰਜਾ ਦਿੱਤਾ ਹੋਇਆ ਆਲਰੇਡੀ, ਉਹਨਾਂ ਨਾਲ ਡੀਲਿੰਗ ਉਸ ਤਰੀਕੇ ਨਾਲ ਚੱਲਦੀ ਪਈ ਹੈ। ਗਿੱਲ ਸਾਹਿਬ, ਅੱਜ ਲਈ ਖਬਰਾਂ ਵਾਲੇ ਪਾਸਿਓਂ ਉੱਤੇ ਸਮਾਪਤੀ ਹੈ, ਪਰ ਜਾਂਦੇ ਜਾਂਦੇ ਇੱਕ ਥੋੜ੍ਹਾ ਜਿਹਾ ਮੌਸਮ ਦੀ ਗੱਲ ਕਰ ਲੈਣੀ ਆ, ਕਿਉਂਕਿ ਹੁਣ ਜੋ ਤਬਦੀਲੀਆਂ ਰੀਸੈਂਟਲੀ ਦੇਖ ਰਹੇ ਹਾਂ ਅਸੀਂ, ਖਾਸ ਕਰਕੇ ਵੈਨਕੂਵਰ ਏਰੀਏ ਦੇ ਵਿੱਚ ਮੀਂਹਾਂ ਦੇ ਨਾਲ ਬੁਰਾ ਹਾਲ ਆ। ਫਲੱਡਸ ਦੀ ਵਾਰਨਿੰਗ ਹੈਗੀ ਹੈ ਕਈ ਪਾਸੇ, ਐਬਸਫੋਰਡ ਵਾਲੇ ਪਾਸੇ ਪਿਛਲੇ ਸਾਲ ਆਇਆ ਸੀ, ਇਸ ਵਾਰੀ ਵੀ ਲੋਕ ਡਰੇ ਪਏ ਨੇ। ਦੇਖੋ ਇਸ ਵੇਲੇ ਜਿਹੜਾ ਅੱਜ ਦੇ ਦਿਨ ਮੀਂਹ ਵੀ ਪੈ ਰਹੇ ਨੇ ਤੇ ਹਾਇਰ ਐਲੀਵੇਸ਼ਨ ਤੇ ਸਨੋ ਵੀ ਪਈ ਹੈ, ਭਾਵੇਂ ਸਨੋ ਪਿਘਲ ਰਹੀ ਹੈ ਨਾਲ ਦੀ ਨਾਲ, ਤੇ ਟੈਂਪਰੇਚਰ ਬੜਾ ਡਾਊਨ ਹੈ। ਮੌਸਮ ਦੇ ਵਿਭਾਗ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ਐਟਮੋਸਫੈਰਿਕ ਰਿਵਰ ਦੁਬਾਰਾ ਫੇਰ ਆ ਸਕਦਾ, ਜਿਹਦੇ ਕਰਕੇ ਪਿਛਲੀ ਵਾਰੀ ਫਲੱਡ ਆਏ ਸੀ। ਤੇ ਅਦਰਵਾਈਜ਼ ਇੰਟੀਰੀਅਰ ਦੇ ਵਿੱਚ ਜਿਹੜੇ ਲੋਕ ਕਦੇ ਨਹੀਂ ਟਰੈਵਲ ਕੀਤੇ, ਅੱਜ ਮੌਸਮ ਵਿਭਾਗ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਬਾਹਰ ਟਰੈਵਲ ਕਰਨ ਲਈ ਇੰਟੀਰੀਅਰ ਰੂਰਲ ਏਰੀਆ ਜਾਣਾ ਤਾਂ ਬੀ ਕੇਅਰਫੁਲ। ਜੇ ਤੁਸੀਂ ਕਦੇ ਪਹਿਲਾਂ ਨਹੀਂ ਗਏ, ਇਹ ਨਾ ਸੋਚੋ ਕਿ ਜਿਸ ਤਰ੍ਹਾਂ ਦਾ ਮੌਸਮ ਲੋਅਰ ਮੇਨਲੈਂਡ ਦੇ ਵਿੱਚ ਹੈ ਤੇ ਕਿ ਉੱਦਾਂ ਦਾ ਹੀ ਮੌਸਮ ਉੱਥੇ ਆ, ਉੱਥੇ ਹਾਲਾਤ ਡਿਫਰੈਂਟ ਨੇ। ਜੇ ਤੁਹਾਨੂੰ ਟਰੈਵਲ ਕਰਨਾ ਪੈਂਦਾ ਵੀ ਹੈ ਤਾਂ ਤੁਸੀਂ ਜੈਕਟਾਂ ਵਗੈਰਾ
ਜਾਂ ਬਲੈਂਕਟ ਵਗੈਰਾ ਗੱਡੀ 'ਚ ਨਾਲ ਲੈ ਕੇ ਜਾਓ, ਆਪਣੀ ਤਿਆਰੀ ਕਰਕੇ ਜਾਓ, ਕਿਉਂਕਿ ਇੰਟੀਰੀਅਰ ਦੇ ਵਿੱਚ ਮੌਸਮ ਕਾਫੀ ਫ੍ਰਿਜਡ ਹੈ, ਕਾਫੀ ਠੰਡ ਹੈ। ਬਿਲਕੁਲ ਠੀਕ ਹੈ। ਤੁਹਾਡਾ ਧੰਨਵਾਦ ਗਰੇਵਾਲ ਸਾਹਿਬ ਅੱਜ ਲਈ ਬਹੁਤ ਬਹੁਤ ਥੈਂਕ ਯੂ ਸੋ ਮਚ। ਥੈਂਕ ਯੂ। ਮਿਹਰਬਾਨੀ। ਸੋ ਇਹਦੇ ਇਸ ਪ੍ਰੋਗਰਾਮ 'ਚ ਸਾਡੇ ਵੱਲੋਂ ਇੰਨਾ ਹੀ ਜੀ। ਹੁਣ ਸੋਮਵਾਰ ਨੂੰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਊਗੀ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਹੈਵ ਅ ਨਾਈਸ ਵੀਕਐਂਡ।